सुपर सिमेट्री थ्योरी के पहले भाग में ਤੁਹਾਡਾ स्वागत है। ਅੱਜ ਅਸੀਂ ਇੱਕ ਨਵਾਂ ਕੋਰਸ ਸ਼ੁਰੂ ਕਰਾਂਗੇ ਸੁਪਰ ਸਿਮੈਟਰੀ ਥਿਊਰੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਪੜਾਂਗੇ ਰੀਨੋਰਮਲਾਈਜੇਸ਼ਨ ਥਿਊਰੀ ਤੇ ਡਾਇਮੈਂਸ਼ਨਲ ਵਿਸ਼ਲੇਸ਼ਣ ਤੇ ਉਸ ਤੋਂ ਬਾਅਦ ਫਾਈਨ ਟਿਊਨਿੰਗ। ਤਾਂ ਆਓ ਸ਼ੁਰੂਆਤ ਕਰਦੇ ਹਾਂ ਰੀਨੋਰਮਲਾਈਜੇਸ਼ਨ ਥਿਊਰੀ। ਪਹਿਲਾਂ ਅਸੀਂ ਰੀਨੋਰਮਲਾਈਜੇਸ਼ਨ ਬਾਰੇ ਜਾਣਾਂਗੇ। ਇਸ ਨੂੰ ਅੰਗਰੇਜ਼ੀ 'ਚ ਰੀਨੋਰਮਲਾਈਜੇਸ਼ਨ ਕਹਿੰਦੇ ਆ ਤੇ ਪੰਜਾਬੀ 'ਚ ਪੁਨਰਮਾਨਕੀਕਰਨ ਕਹਿ ਸਕਦੇ ਹਾਂ। ਇਹ ਦੋ ਚੀਜ਼ਾਂ ਦਾ ਮੇਲ ਹੈ। ਇੱਕ ਤਾਂ ਭੌਤਿਕ ਵਿਗਿਆਨ ਦੀ ਵਿਆਖਿਆ ਵਿੱਚੋਂ ਉਹਨਾਂ ਚੀਜ਼ਾਂ ਨੂੰ ਹਟਾਉਣਾ ਸਿੱਖਣਾ ਹੈ ਜੋ ਬਹੁਤ ਸੂਖਮ ਦੂਰੀਆਂ ਨਾਲ ਵਾਸਤਾ ਰੱਖਦੀਆਂ ਹਨ ਕਿ ਉਹ ਸਾਡੇ ਸਵਾਲਾਂ ਦੇ ਨਾਲ ਅਸਬੰਧਤ ਹੁੰਦੀਆਂ ਹਨ। ਅਤੇ ਦੂਜਾ ਹਿੱਸਾ ਡਾਇਮੈਂਸ਼ਨਾਂ ਦਾ ਵਿਸ਼ਲੇਸ਼ਣ ਹੈ। ਦਰਅਸਲ ਇਹ ਸੋਚਣਾ ਸਿੱਖਣਾ ਬਣਦਾ ਹੈ ਕਿ ਡਾਇਮੈਂਸ਼ਨਾਂ ਦਾ ਵਿਸ਼ਲੇਸ਼ਣ ਕੁਆਂਟਮ ਫੀਲਡ ਥਿਊਰੀ ਦੀਆਂ ਬਹੁਤ ਕਠਿਨ ਸਮੱਸਿਆਵਾਂ ਦੇ ਪ੍ਰਤੀ ਜਵਾਬ ਦਿੰਦਾ ਹੈ ਜੋ ਬਹੁਤ ਸੂਖਮ ਦੂਰੀਆਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਰੀਨੋਰਮਲਾਈਜੇਸ਼ਨ ਦੀਆਂ ਕੁਝ ਸਰਲ ਉਦਾਹਰਨਾਂ ਹਨ। ਜਿਵੇਂ ਤੁਸੀਂ ਨਿਊਕਲੀਅਸ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕੁਆਰਕਾਂ ਦੀ ਜਾਣਕਾਰੀ ਦੇ ਨਾਲ ਸ਼ੁਰੂ ਕਰ ਸਕਦੇ ਹੋ ਜੋ ਨਿਊਕਲੀਅਸ ਰਚਦੇ ਹਨ। ਪਰ ਬਹੁਤ ਸਾਰੇ ਕਾਰਨਾਂ ਕਰਕੇ ਨਿਊਕਲੀਅਸ ਪ੍ਰੋਟੋਨਾਂ ਅਤੇ ਨਿਊਟਰੋਨਾਂ ਦਾ ਸੰਗ੍ਰਹਿ ਹੁੰਦਾ ਹੈ ਤੇ ਇਹ ਗੱਲ ਜ਼ਿਆਦਾ ਮਾਇਨੇ ਨਹੀਂ ਰੱਖਦੀ ਕਿ ਇਹ ਕਿਸ ਚੀਜ਼ ਤੋਂ ਬਣੇ ਹੁੰਦੇ ਹਨ। ਇਸ ਲਈ ਪ੍ਰੋਟੋਨਾਂ ਤੇ ਨਿਊਟਰੋਨਾਂ ਦੇ ਗੁਣਾਂ ਨੂੰ ਖੋਜਣ ਦੇ ਲਈ ਸਰਲ ਕਦਮ ਕੁਆਂਟਮ ਕ੍ਰੋਮੋਡਾਇਨਾਮਿਕਸ ਦੀ ਥਿਊਰੀ ਨੂੰ ਹੱਲ ਕਰਨਾ ਹੈ। ਪਰ ਇਸ ਤਰ੍ਹਾਂ ਨਾਲ ਉਹਨਾਂ ਦੇ ਪੁੰਜ ਸਪਿਨ ਅਤੇ ਉਹਨਾਂ ਦੇ ਦਰਮਿਆਨ ਫੋਰਸਾਂ ਦੇ ਨਾਲ ਵਾਸਤਾ ਪਏਗਾ। ਨਿਊਕਲੀਅਸ ਦੇ ਅੰਦਰ ਪ੍ਰੋਟੋਨ ਅਤੇ ਨਿਊਟਰਨ ਬਹੁਤ ਧੀਮੀ ਗਤੀ ਵਿੱਚ ਹੁੰਦੇ ਹਨ। ਇਸ ਲਈ ਇਹਨਾਂ ਨੂੰ ਇੱਕ ਸਪੈਸ਼ਲ ਰਿਲੇਟੀਵਿਟੀ ਦੀ ਲੋੜ ਨਹੀਂ ਪੈਂਦੀ। ਬੁਨਿਆਦੀ ਤੌਰ ਤੇ ਨਿਊਕਲੀਅਸ ਗੈਰ ਸਾਪੇਖੀ ਕੁਆਂਟਮ ਮਕੈਨਿਕਸ ਦੇ ਨਾਲ ਦਰਸਾਇਆ ਜਾਂਦਾ। ਗੈਰ ਸਾਪੇਖੀ ਕੁਆਂਟਮ ਮਕੈਨਿਕਸ ਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਨਾਨ ਰਿਲੇਟਿਵਿਸਟਿਕ ਕੁਆਂਟਮ ਮਕੈਨਿਕਸ। ਕੁਆਰਕ ਥਿਊਰੀ ਤੋਂ ਤੁਹਾਨੂੰ ਸਿਰਫ ਪ੍ਰੋਟੋਨਾਂ ਅਤੇ ਨਿਊਟਰੋਨਾਂ ਦੇ ਗੁਣ ਜਿਵੇਂ ਮਾਸ ਸਪਿਨ ਅਤੇ ਉਹਨਾਂ ਦੇ ਦਰਮਿਆਨ ਫੋਰਸ ਪਤਾ ਕਰਨੇ ਹੁੰਦੇ ਹਨ, ਜਿਸ ਦੇ ਪਤਾ ਲਗਾਉਣ ਤੋਂ ਬਾਅਦ ਤੁਸੀਂ ਹੋਰ ਸਭ ਕੁਝ ਭੁੱਲ ਸਕਦੇ ਹੋ ਕਿ ਇਹ ਸਭ ਤਰ੍ਹਾਂ ਤਰ੍ਹਾਂ ਦੇ ਐਟਮ ਕਿੱਥੋਂ ਆਏ ਹਨ। ਇਹੀ ਚੀਜ਼ਾਂ ਕੁਆਂਟਮ ਫੀਲਡ ਥਿਊਰੀ ਵਿੱਚ ਵੀ ਲਾਗੂ ਹੁੰਦੀਆਂ ਕਿ ਜਿੱਥੇ ਸਾਰੇ ਸੰਭਵ ਪੈਮਾਨਿਆਂ ਦੀਆਂ ਤਰੰਗ ਲੰਬਾਈਆਂ ਹੁੰਦੀਆਂ ਹਨ ਜੋ ਆਜ਼ਾਦੀ ਦੀਆਂ ਡਿਗਰੀਆਂ ਰਚਦੀਆਂ ਹਨ। ਆਓ ਐਟਮਾਂ ਦੀ ਥਿਊਰੀ ਤੋਂ ਸ਼ੁਰੂ ਕਰਦੇ ਹਾਂ ਜੋ ਬਹੁਤ ਸਰਲ ਹੈ। ਦੋ ਹਾਈਡਰੋਜਨ ਦੇ ਕਣ ਲੈਂਦੇ ਆ ਜਿਨ੍ਹਾਂ ਦੇ ਵਿੱਚ ਦਰਮਿਆਨ ਫੋਰਸ ਹੁੰਦਾ ਹੈ। ਤਾਂ ਦੋ ਹਾਈਡਰੋਜਨ ਦੇ ਕਣ ਲਏ ਗਏ ਨੇ ਜਿਨ੍ਹਾਂ ਦਾ ਪੁੰਜ ਐਮ ਹੈ, ਕੈਪੀਟਲ ਐਮ, ਤੇ ਇਹਨਾਂ ਦੇ ਇਲੈਕਟ੍ਰੋਨ ਦਾ ਪੁੰਜ ਸਮਾਲ ਐਮ ਹੈ ਤੇ ਈ ਇਹਨਾਂ ਦਾ ਚਾਰਜ ਹੈ। ਇਹਨਾਂ ਦੇ ਦਰਮਿਆਨ ਆਪਸ ਵਿੱਚ ਦੂਰੀ ਆਰ ਹੈ, ਕੈਪੀਟਲ ਆਰ। ਤੇ ਇੱਥੇ ਇਲੈਕਟ੍ਰੋਨ ਦਾ ਵੀ ਇੱਕ ਚੱਕਰ ਲਾਉਣ ਵਾਲਾ ਰੇਡੀਅਸ ਲਿਆ ਗਿਆ ਹੈ ਸਮਾਲ ਆਰ ਦੇ ਨਾਲ। ਇਲੈਕਟ੍ਰੋਨ ਨਿਊਕਲੀਅਸ ਤੋਂ ਲਗਭਗ 2000 ਗੁਣਾ ਭਾਰੀ ਹੁੰਦਾ ਹੈ। ਅਸੀਂ ਹੈਮਿਲਟੋਨੀਅਨ ਲਿਖਦੇ ਹਾਂ ਜੋ એનર્ਜੀ ਦਾ ਕੁਆਂਟਮ ਮਕੈਨੀਕਲ ਰੂਪ ਹੁੰਦਾ ਹੈ। ਪਹਿਲਾਂ એનર્ਜੀ ਦੇ ਲਈ ਇਕੁਏਸ਼ਨ ਲਿਖਦੇ ਹਾਂ। E is equal to P1 square by 2m plus P2 square by 2m plus E square by R12 plus sum over I Q I over 2m plus E square by Rij minus E square by Ri R1I
ਮਾਈਨਸ ਈ ਸਕੁਏਅਰ ਬਾਈ R2I। ਇਹਨਾਂ ਦਾ ਇਕੱਲੇ ਦਾ ਮਤਲਬ ਹੁਣੇ ਸਪਸ਼ਟ ਕਰਦਾ ਮੈਂ। ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੋਵੇਂ ਨਿਊਕਲੀਅਸਾਂ ਦੀ ਕਿਨੈਟਿਕ ਐਨਰਜੀ ਲਿਖੀ ਗਈ ਹੈ, P1 ਸਕੁਏਅਰ ਬਾਈ 2m। ਨਿਊਕਲੀਅਸਾਂ ਦੀ ਕਿਨੈਟਿਕ ਐਨਰਜੀ ਹੈ, m ਇਹਨਾਂ ਦਾ ਮਾਸ ਹੈ, ਪੁੰਜ ਹੈ, p ਮੋਮੈਂਟਮ ਹੈ, ਇਕੱਲੇ ਦਾ P1 ਦਾ P2 ਦਾ। ਤੇ ਇਸ ਤੋਂ ਬਾਅਦ ਫਿਰ ਅੱਗੇ ਹਰੇ ਰੰਗ ਦੇ ਵਿੱਚ ਲਿਖਿਆ ਗਿਆ ਕੂਲਮ ਫੋਰਸ, ਨਿਊਕਲੀਅਸਾਂ ਦੇ ਦਰਮਿਆਨ ਦਾ ਕੂਲਮ ਫੋਰਸ ਹੈ, E ਸਕੁਏਅਰ ਬਾਈ R12 ਇਹਨਾਂ ਦੀ ਦੂਰੀ ਹੈ, ਜਿਸ ਦੇ ਵਿੱਚ ਕੌਂਸਟੈਂਟ ਟਰਮਾਂ 1/4 ਪਾਈ ਐਪਸਾਈਲਨ ਨੋਟ ਟਾਈਮ ਨਹੀਂ ਲਿਖੀਆਂ ਗਈਆਂ। ਬਾਅਦ ਦੇ ਵਿੱਚ ਦੋਵੇਂ ਇਲੈਕਟ੍ਰੋਨਾਂ ਦੇ ਦਰਮਿਆਨ ਆਪਸੀ ਫੋਰਸ ਲਿਖਿਆ ਗਿਆ ਹੈ। ਇਹ ਫੋਰਸ ਹੈ ਇਹਨਾਂ ਦੇ ਵਿੱਚ ਆਪਸ ਵਿੱਚ E ਸਕੁਏਅਰ ਬਾਈ RIJ ਵਾਲਾ ਇਹਨਾਂ ਦਾ ਇਲੈਕਟ੍ਰੋਨਾਂ ਦੇ ਵਿੱਚ ਹੈ ਆਪਸ ਵਿੱਚ, ਤੇ QI ਵਾਲਾ ਇਲੈਕਟ੍ਰੋਨਾਂ ਦੇ ਵਿੱਚ ਆਪਸੀ ਕੂਲਮ ਫੋਰਸ ਹੈ। ਪਹਿਲਾਂ ਤੇ ਕਿਨੈਟਿਕ ਐਨਰਜੀ ਹੈ ਇਹਨਾਂ ਦੀ ਆਪਣੀ ਇਲੈਕਟ੍ਰੋਨਾਂ ਦੀ QI/2m। Q ਇਹਨਾਂ ਦਾ ਮੋਮੈਂਟ ਹੈ ਇਲੈਕਟ੍ਰੋਨਾਂ ਦਾ, ਤੇ E ਸਕੁਏਅਰ ਬਾਈ RIJ ਇਹਨਾਂ ਦੇ ਦਰਮਿਆਨ ਕੂਲਮ ਫੋਰਸ ਹੈ। ਇਹ ਨਿਊਕਲੀਅਸਾਂ ਦੇ ਦਰਮਿਆਨ ਕੂਲਮ ਫੋਰਸ ਹੈ। ਤੇ ਇਸ ਤੋਂ ਬਾਅਦ ਇੱਥੇ ਇਲੈਕਟ੍ਰੋਨਾਂ ਦੇ ਆਪਸ ਵਿੱਚ ਕੂਲਮ ਫੋਰਸ ਹੈ ਜੋ ਉਹ ਲਿਖਿਆ ਗਿਆ। ਪ੍ਰੋਟੋਨਾਂ ਦੇ ਦਰਮਿਆਨ ਕੂਲਮ ਫੋਰਸ E ਸਕੁਏਅਰ ਬਾਰ ਡਿਵਾਈਡ ਬਾਏ ਕੈਪੀਟਲ RI1I। ਇੱਕ ਪ੍ਰੋਟੋਨਾਂ ਦੇ ਦਰਮਿਆਨ ਵਾਲਾ ਕੂਲਮ ਫੋਰਸ ਪੀਲੇ ਰੰਗ 'ਚ ਲਿਖਿਆ ਗਿਆ। ਬਾਅਦ ਵਾਲੀਆਂ 4 ਰਕਮਾਂ ਨੇ ਇੱਥੇ ਸਮ ਓਵਰ ਆਈ ਵਾਲੀਆਂ ਤੋਂ ਸ਼ੁਰੂ ਕਰਕੇ ਇਹ ਇਲੈਕਟ੍ਰੋਨਾਂ ਦਾ ਹੈਮਿਲਟੋਨੀਅਨ ਦਰਸਾਉਂਦੀਆਂ ਹਨ। ਇਹਨਾਂ 'ਚ ਇਲੈਕਟ੍ਰੋਨਾਂ ਦੇ ਕਾਰਨ ਜੋ ਐਨਰਜੀ ਹੈ ਉਹ ਸ਼ਾਮਲ ਹੈ। ਨਿਊਕਲੀਆਈ ਭਾਰੀ ਹੋਣ ਕਰਕੇ ਧੀਮੀ ਗਤੀ ਕਰਦਾ ਹੈ ਅਤੇ ਇਲੈਕਟ੍ਰੋਨ ਹਲਕੇ ਹੋਣ ਕਾਰਨ ਬਹੁਤ ਤੇਜ਼ ਗਤੀ ਵਿੱਚ ਹੁੰਦੇ ਹਨ। ਨਿਊਕਲੀਆਈ ਦੀ ਪੋਜੀਸ਼ਨ ਬਾਰੇ ਕੀ ਖਿਆਲ ਹੈ? ਇਲੈਕਟ੍ਰੋਨਾਂ ਦੇ ਤੇਜ਼ ਬਦਲਦੇ ਵੇਵ ਫੰਕਸ਼ਨ ਦੇ ਨਜ਼ਰੀਏ ਤੋਂ ਨਿਊਕਲੀਅਸ ਫਿਕਸ ਕੀਤਾ ਹੋਇਆ ਹੀ ਮਹਿਸੂਸ ਹੁੰਦਾ ਹੈ। ਅਸੀਂ ਇਲੈਕਟ੍ਰੋਨਾਂ ਨਾਲ ਸੰਬੰਧ ਰੱਖਣ ਵਾਲਾ ਹੈਮਿਲਟੋਨੀਅਨ ਲੈਂਦੇ ਹਾਂ ਅਤੇ ਨਿਊਨਤਮ ਐਨਰਜੀ ਅਵਸਥਾ ਦੇ ਲਈ ਸ਼੍ਰੋਡਿੰਜਰ ਇਕੁਏਸ਼ਨ ਹੱਲ ਕਰਦੇ ਹਾਂ। ਵਿਸ਼ੇਸ਼ ਤੌਰ ਤੇ ਨਿਊਕਲੀਆਈ ਤੋਂ ਹਟ ਕੇ ਇਲੈਕਟ੍ਰੋਨਾਂ ਦੀ ਗਰਾਊਂਡ ਅਵਸਥਾ ਦੀ ਐਨਰਜੀ ਦੀ ਆਈਗਨ ਵੈਲਿਊ ਪਤਾ ਕਰਦੇ ਹਾਂ। ਆਓ ਇਸ ਨੂੰ E ਆਫ ਇਲੈਕਟ੍ਰੋਨ ਦਾ ਨਾਮ ਦਈਏ ਜੋ ਨਿਊਕਲੀਆਈ ਦੀ ਪ੍ਰਸਤੁਤੀ ਕਰਦਾ ਹੈ। ਤੇ R1 R2 ਦਾ ਹੀ ਫੰਕਸ਼ਨ ਹੁੰਦਾ ਹੈ। ਤੇ ਜਿਹੜਾ ਇੱਥੇ ਇਲੈਕਟ੍ਰੋਨਾਂ ਵਾਲੀ ਜੋ ਨਾਲ ਸੰਬੰਧ ਰੱਖਣ ਵਾਲਾ ਹੈਮਿਲਟੋਨੀਅਨ ਹੈ ਜੋ EI, ਇਹ ਪਿਛਲੀਆਂ 4 ਰਕਮਾਂ ਨੇ ਜੋ ਉੱਪਰ ਲਿਖੀਆਂ ਗਈਆਂ ਨੇ ਜਿਵੇਂ, ਤਾਂ ਇਹ R1 ਤੇ R2 ਦਾ ਹੀ ਫੰਕਸ਼ਨ ਹੁੰਦੀਆਂ। ਅਸੀਂ ਇਕੁਏਸ਼ਨ ਦੇ ਵਿੱਚ ਇਲੈਕਟ੍ਰੋਨਾਂ ਵਾਲੇ ਹੈਮਿਲਟੋਨੀਅਨ ਦੀ ਥਾਂ ਇਸ ਪੋਜੀਸ਼ਨ ਵਾਲੇ ਫੰਕਸ਼ਨ ਨੂੰ ਲਿਖ ਸਕਦੇ ਹਾਂ। ਇਹਨਾਂ 4 ਰਕਮਾਂ ਦੀ ਜਗ੍ਹਾ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ E ਆਫ R12 ਦੋਵੇਂ ਪੋਜੀਸ਼ਨਾਂ ਹੈ R1 ਤੇ R2, ਇਹਨਾਂ ਦੇ ਫੰਕਸ਼ਨ ਦੇ ਰੂਪ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਅਸੀਂ ਹੈਮਿਲਟੋਨੀਅਨ ਨੂੰ ਲਿਖ ਸਕਦੇ ਹਾਂ ਕਿਉਂਕਿ ਪੋਜੀਸ਼ਨ ਦਾ ਹੀ ਫੰਕਸ਼ਨ ਹੁੰਦਾ। ਇਸ ਵਿੱਚ ਪੋਟੈਂਸ਼ੀਅਲ ਐਨਰਜੀ ਵੀ ਸ਼ਾਮਲ ਹੁੰਦੀ ਹੈ ਜੋ ਪੋਜੀਸ਼ਨਾਂ ਦਾ ਹੀ ਫੰਕਸ਼ਨ ਹੁੰਦੀ ਹੈ। ਜਦੋਂ ਦੋਵੇਂ ਐਟਮਾਂ ਦੇ ਨਿਊਕਲੀਆਈ ਜ਼ਿਆਦਾ ਕੋਲ ਹੁੰਦੇ ਹਨ ਤਾਂ ਇਹ ਪੂਰੀ ਤਰ੍ਹਾਂ ਕੂਲਮ ਫੋਰਸ ਦੇ ਅਧੀਨ ਹੁੰਦੇ ਹਨ ਜੋ ਧੱਕਣ ਵਾਲਾ ਬਲ ਹੁੰਦਾ ਹੈ। ਆਪਸ ਵਿੱਚ ਇਹਨਾਂ ਨੂੰ ਦੋਵੇਂ ਪ੍ਰੋਟੋਨਾਂ ਨੂੰ ਦੂਰ ਧੱਕਦਾ ਹੈ ਜਦੋਂ ਨੇੜੇ ਹੁੰਦੇ ਆ। ਜਦੋਂ ਆਪਸ ਵਿੱਚ ਦੂਰ ਹੁੰਦੇ ਹਨ ਤਾਂ ਇਹਨਾਂ ਦੇ ਦਰਮਿਆਨ ਜ਼ਿਆਦਾ ਐਨਰਜੀ ਨਹੀਂ ਹੁੰਦੀ ਅਤੇ ਅੱਧ ਵਿਚਾਲੇ ਜੇ ਇਲੈਕਟ੍ਰੋਨਾਂ ਦੇ ਕਾਰਨ ਕੁਝ ਖਿੱਚ ਬਲ ਹੁੰਦਾ ਹੈ। ਫਿਰ ਵੀ ਸਾਨੂੰ ਦੁਬਾਰਾ ਤੋਂ ਕਦੇ ਵੀ ਇਲੈਕਟ੍ਰੋਨਾਂ ਬਾਰੇ ਸੋਚਣਾ ਨਹੀਂ ਪੈਂਦਾ ਕਿਉਂਕਿ ਸਾਡੇ ਕੋਲ ਇਹਨਾਂ ਦੇ ਦਰਮਿਆਨ ਪ੍ਰਭਾਵੀ ਪੋਟੈਂਸ਼ੀਅਲ ਹੁੰਦਾ ਹੈ ਅਤੇ ਅਸੀਂ 2 ਪ੍ਰੋਟੋਨਾਂ ਦੇ ਦਰਮਿਆਨ ਅਜਿਹੇ ਪੋਟੈਂਸ਼ੀਅਲ ਦੇ ਅੰਦਰ ਸਮੱਸਿਆ ਨੂੰ ਹੱਲ ਕਰਦੇ ਹਾਂ।
ਇਹਨਾਂ ਦਾ ਹੱਲ ਵੇਵ ਫੰਕਸ਼ਨ ਹੁੰਦਾ ਹੈ। ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਆਜ਼ਾਦੀ ਦੀਆਂ ਤੇਜ਼ ਫ੍ਰੀਕੁਐਂਸੀਆਂ ਵਾਲੀਆਂ ਡਿਗਰੀਆਂ ਮੁਕਾ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਰੀਨੋਰਮਲਾਈਜੇਸ਼ਨ ਕਿਹਾ ਜਾਂਦਾ ਹੈ, ਅਤੇ ਪੋਟੈਂਸ਼ੀਅਲ ਰੀਨੋਰਮਲਾਈਜ਼ ਕੀਤਾ ਜਾਂਦਾ ਹੈ। ਇਸ ਨੂੰ ਕੁਆਂਟਮ ਫੀਲਡ ਥਿਊਰੀ ਉੱਤੇ ਵੀ ਲਾਗੂ ਕੀਤਾ ਜਾਂਦਾ ਹੈ। ਜਦੋਂ ਇਸ ਨੂੰ ਕੁਆਂਟਮ ਫੀਲਡ ਥਿਊਰੀ ਉੱਤੇ ਲਾਗੂ ਕਰਦੇ ਹਾਂ ਤਾਂ ਕਿਹੜੀ ਚੀਜ਼ ਤੋਂ ਛੁਟਕਾਰਾ ਮਿਲਦਾ ਹੈ? ਜਾਂ ਤਾਂ ਬਹੁਤ ਸੂਖਮ ਦੂਰੀ ਦੇ ਨਾਲ ਸੰਬੰਧਿਤ ਚੀਜ਼ਾਂ ਤੋਂ ਛੁਟਕਾਰਾ ਮਿਲਦਾ ਹੈ, ਜਾਂ ਤੇਜ਼ ਫ੍ਰੀਕੁਐਂਸੀਆਂ ਦੇ ਨਾਲ ਸੰਬੰਧਿਤ ਚੀਜ਼ਾਂ ਤੋਂ ਛੁਟਕਾਰਾ ਮਿਲਦਾ ਹੈ, ਜਾਂ ਸੂਖਮ ਤਰੰਗ ਲੰਬਾਈਆਂ ਤੋਂ ਛੁਟਕਾਰਾ ਮਿਲਣਾ ਵੀ ਕਿਹਾ ਜਾ ਸਕਦਾ ਹੈ। ਆਓ ਪਹਿਲਾਂ ਡਾਇਮੈਂਸ਼ਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ। ਤਾਂ ਹੁਣ ਅਸੀਂ ਡਾਇਮੈਂਸ਼ਨਲ ਵਿਸ਼ਲੇਸ਼ਣ ਕਰਾਂਗੇ। ਸਾਨੂੰ ਭੌਤਿਕ ਵਿਗਿਆਨ ਵਾਸਤੇ ਆਮ ਤੌਰ ਤੇ ਲੈਂਥ, ਟਾਈਮ ਅਤੇ ਮਾਸ ਨਾਮਕ 3 ਡਾਇਮੈਂਸ਼ਨਾਂ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਇਸ ਨੂੰ, ਲੈਂਥ ਡਾਇਮੈਂਸ਼ਨਾਂ ਨੂੰ ਇਸ ਤਰੀਕੇ ਨਾਲ ਵੱਡੀ ਬ੍ਰੈਕਟ ਦੇ ਨਾਲ ਆਪਾਂ ਕਲੋਜ਼ ਕਰਕੇ ਲਿਖਦੇ ਹਾਂ, ਐਲ, ਟੀ ਤੇ ਐਮ। 3 ਡਾਇਮੈਂਸ਼ਨਾਂ ਨੇ। ਇੱਥੇ ਬਰਾਬਰ ਨਹੀਂ ਲਿਖੀਆਂ ਜਾਣੀ ਚਾਹੀਦੀਆਂ, ਇੱਥੇ ਬਰਾਬਰ ਲਿਖਿਆ ਗਿਆ। ਹਾਂ, ਅਤੇ ਅਸੀਂ ਬੁਨਿਆਦੀ ਕਣ ਭੌਤਿਕ ਵਿਗਿਆਨ ਦੇ ਅੰਦਰ ਪਲੈਂਕ ਦੇ ਕਾਂਸਟੈਂਟ ਐਚ ਅਤੇ ਪ੍ਰਕਾਸ਼ ਦੀ ਸਪੀਡ ਸੀ ਨੂੰ ਇੱਕ ਬਰਾਬਰ ਲੈ ਕੇ ਇਹਨਾਂ ਵਿੱਚੋਂ 2 ਤੋਂ ਛੁਟਕਾਰਾ ਪਾ ਸਕਦੇ। ਤਾਂ ਅਸੀਂ ਕੀ ਕਰਦੇ ਹਾਂ ਕਿ ਪਲੈਂਕ ਦਾ ਕਾਂਸਟੈਂਟ ਇੱਕ ਐਚ ਬਾਰ ਅਤੇ ਪ੍ਰਕਾਸ਼ ਦੀ ਸਪੀਡ ਸੀ, ਅਗਰ ਅਸੀਂ ਇਸ ਨੂੰ ਇੱਕ ਮੰਨ ਲਈਏ ਤਾਂ ਇਹਨਾਂ ਦੇ ਵਿੱਚੋਂ ਜਿਹੜੀਆਂ 3 ਡਾਇਮੈਂਸ਼ਨਾਂ ਨੇ ਇਹਨਾਂ ਵਿੱਚੋਂ ਅਸੀਂ ਇਹਨਾਂ ਵਿੱਚੋਂ 2 ਨੂੰ ਅਸੀਂ ਹਟਾ ਸਕਦੇ ਹਾਂ। ਸਿਰਫ ਇੱਕ ਹੀ ਡਾਇਮੈਂਸ਼ਨ ਦੇ ਨਾਲ ਬਾਕੀ ਦੋਨਾਂ ਨੂੰ ਵੀ ਲਿਖਿਆ ਜਾ ਸਕਦਾ ਫਿਰ। ਪਰ ਅਜੇ ਵੀ ਸਾਨੂੰ ਇੱਕ ਡਾਇਮੈਂਸ਼ਨ ਦੀ ਜ਼ਰੂਰਤ ਰਹਿੰਦੀ ਹੈ ਜੋ ਲੰਬਾਈ ਪੈਮਾਨੇ ਦੀ ਹੋਣੀ ਲਈ ਜਾ ਸਕਦੀ ਹੈ। ਤਾਂ ਫਿਰ ਵੀ ਸਾਨੂੰ ਇੱਕ ਡਾਇਮੈਂਸ਼ਨ ਦੀ ਘੱਟੋ ਘੱਟ ਜ਼ਰੂਰਤ ਪਏਗੀ। ਅਜਿਹਾ ਕਰਨ ਲਈ ਮਾਸ ਦੀਆਂ ਯੂਨਿਟਾਂ એનર્ਜੀ ਦੇ ਬਰਾਬਰ ਹੋ ਜਾਂਦੀਆਂ ਹਨ, ਕਿਉਂਕਿ E = mc² ਦੇ ਵਿੱਚ ਜਦੋਂ C ਨੂੰ ਅਸੀਂ 1 ਲੈ ਲੈਂਦੇ ਹਾਂ ਤਾਂ E = m ਹੋ ਜਾਂਦਾ। ਤੇ ਇਸੇ ਤਰੀਕੇ ਨਾਲ ਮੋਮੈਂਟਮ ਦੀਆਂ ਯੂਨਿਟਾਂ ਵੀ ਮਾਸ ਦੇ ਬਰਾਬਰ ਹੀ ਹੋ ਜਾਂਦੀਆਂ। ਮਾਸ = એનર્ਜੀ ਮੋਮੈਂਟਮ ਦੀਆਂ ਯੂਨਿਟਾਂ, ਜੋ ਇਹਨਾਂ ਦੀਆਂ ਡਾਇਮੈਂਸ਼ਨਲ ਯੂਨਿਟਾਂ ਨੇ, ਇਹ ਯੂਨਿਟਾਂ ਦੀਆਂ ਬਰਾਬਰ ਹੋ ਜਾਂਦੀਆਂ ਤਿੰਨਾਂ ਦੀਆਂ, ਮਾਸ ਦੀ, એનર્ਜੀ ਤੇ ਮੋਮੈਂਟਮ ਦੀਆਂ। ਇਸੇ ਤਰੀਕੇ ਨਾਲ ਟਾਈਮ ਅਤੇ ਲੰਬਾਈ ਦੀਆਂ ਯੂਨਿਟਾਂ ਵੀ ਇੱਕੋ ਹੋ ਜਾਂਦੀਆਂ। ਲੈਂਥ ਦੀਆਂ ਯੂਨਿਟਾਂ ਤੇ ਟਾਈਮ ਦੀਆਂ ਯੂਨਿਟਾਂ ਬਰਾਬਰ ਹੋ ਜਾਂਦੀਆਂ, ਪਰ ਮਾਸ ਦੀਆਂ ਯੂਨਿਟਾਂ ਇਸ ਤੋਂ ਉਲਟ ਰਹਿੰਦੀਆਂ। ਆਓ ਸਕੇਲਰ ਕੁਆਂਟਮ ਫੀਲਡ ਥਿਊਰੀ ਤੋਂ ਸ਼ੁਰੂਆਤ ਕਰਦੇ ਹਾਂ। ਤਾਂ ਸਕੇਲਰ ਫੀਲਡ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ, ਜਿਸ ਦਾ ਇੱਕ ਲੈਗਰਾਂਜੀਅਨ ਹੁੰਦਾ ਹੈ, ਜਿਸ ਤੋਂ ਅਸੀਂ ਫਾਈਨਮੈਨ ਡਾਇਗਰਾਮ ਰਚਣੇ ਹੁੰਦੇ ਹਨ। ਤਾਂ ਲੈਗਰਾਂਜੀਅਨ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ, d μ ਫਾਈ ਦਾ ਸਕੇਅਰ ਮਾਈਨਸ v ਆਫ ਫਾਈ ਪੋਟੈਂਸ਼ੀਅਲ એનર્ਜੀ ਹੈ, ਤੇ ਡੀ ਮਿਊ ਇਹ ਸਪੇਸ ਦੇ ਚਾਰੇ ਕੰਪੋਨੈਂਟਾਂ ਨੂੰ ਕਿਹਾ ਗਿਆ, ਉਹਨਾਂ ਦੀ ਡਿਫਰੈਂਸ਼ੀਏਸ਼ਨ ਹੈ, ਇਹ ਡੈਰੀਵੇਟਿਵ ਹੈ ਸਪੇਸ ਦੇ ਟਾਈਮ ਦਾ ਤੇ ਸਪੇਸ ਦੇ 3 ਕੰਪੋਨੈਂਟ ਨੇ, ਇਹਦੇ 4 ਕੰਪੋਨੈਂਟ ਹੁੰਦੇ ਨੇ। ਇਸਦਾ ਸਕੇਅਰ ਮਾਈਨਸ v ਆਫ ਫਾਈ। ਅਸੀਂ ਲੈਗਰਾਂਜੀਅਨ ਨੂੰ ਕਲਾਸੀਕਲ ਭੌਤਿਕ ਵਿਗਿਆਨ ਦੇ ਅੰਦਰ ਲੀਸਟ ਐਕਸ਼ਨ ਪ੍ਰਿੰਸੀਪਲ ਦੇ ਵਿੱਚ ਵਰਤਦੇ ਹਾਂ, ਤੇ ਕੁਆਂਟਮ ਭੌਤਿਕ ਵਿਗਿਆਨ ਦੇ ਅੰਦਰ ਪਾਥ ਇੰਟੀਗਰਲ ਦੇ ਵਾਸਤੇ ਵਰਤਣਾ ਹੁੰਦਾ ਹੈ। ਇਸ ਦੇ ਲਈ ਐਕਸ਼ਨ ਐਸ ਨੂੰ ਲਿਖਦੇ ਹਾਂ, ਇੱਥੇ ਐਕਸ਼ਨ ਐਸ ਨਾਲ ਲਿਖਿਆ ਗਿਆ। ਇਹ ਐਕਸ਼ਨ = ਇੰਟੀਗਰਲ ਆਫ d4x, ਇਹ ਲੈਗਰਾਂਜੀਅਨ। ਤਾਂ ਲੈਗਰਾਂਜੀਅਨ ਦਾ ਇੱਥੇ d4x ਦੇ ਨਾਲ ਇੰਟੀਗਰਲ ਲਿਆ ਜਾਂਦਾ, ਤੇ d4x ਦੇ ਵਿੱਚ ਸਪੇਸ ਦੇ ਚਾਰੇ ਕੰਪੋਨੈਂਟ ਹੁੰਦੇ ਨੇ, ਜਿਵੇਂ ਦੱਸਿਆ ਟਾਈਮ ਤੇ XYZ ਕਿੰਨੇ ਕੰਪੋਨੈਂਟ। ਤਾਂ ਐਕਸ਼ਨ ਦੀਆਂ ਯੂਨਿਟਾਂ ਪਲੈਂਕ ਕਾਂਸਟੈਂਟ ਵਾਲੀਆਂ ਹੁੰਦੀਆਂ, ਜਿਸ ਨੂੰ ਅਸੀਂ 1 ਮੰਨਿਆ ਹੁੰਦਾ ਹੈ। ਇਸ ਲਈ ਐਕਸ਼ਨ ਜਿਹੜਾ ਇਹ ਡਾਇਮੈਂਸ਼ਨਹੀਨ ਬਣ ਜਾਂਦਾ ਹੈ।
ਕਿਉਂਕਿ ਐਚ ਨੂੰ ਅਸੀਂ ਜਦੋਂ 1 ਮੰਨ ਲੈਂਦੇ ਹਾਂ ਤਾਂ ਜਦੋਂ ਐਚ ਬਾਰ ਨੂੰ ਅਸੀਂ 1 ਮੰਨ ਲੈਂਦੇ ਹਾਂ ਤਾਂ ਐਕਸ਼ਨ ਦੀਆਂ ਯੂਨਿਟਾਂ ਡਾਇਮੈਂਸ਼ਨਹੀਨ ਹੋ ਜਾਂਦੀਆਂ। ਇਸ ਦਾ ਮਤਲਬ ਹੈ ਕਿ ਲੈਗਰਾਂਜੀਅਨ ਦੀਆਂ ਯੂਨਿਟਾਂ ਲੰਬਾਈ ਦੀਆਂ ਉਲਟ 4 ਪਾਵਰਾਂ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇੱਥੇ ਦੇਖੋ ਅਗਰ ਐਸ ਦੀ ਯੂਨਿਟ ਅਗਰ ਡਾਇਮੈਂਸ਼ਨਹੀਨ ਹੈ ਤੇ ਇੱਧਰ ਸਪੇਸ ਦੀਆਂ ਯੂਨਿਟਾਂ ਜੋ ਡੈਰੀਵੇਟਿਵ ਦੀਆਂ ਯੂਨਿਟਾਂ ਸਪੇਸ ਦੇ ਡੈਰੀਵੇਟਿਵ ਦੀਆਂ ਯੂਨਿਟਾਂ ਅਗਰ D4 ਹੈ ਤਾਂ ਜਿਹੜਾ ਐਲ ਦੀਆਂ ਯੂਨਿਟਾਂ -4 ਹੋਣੀਆਂ ਚਾਹੀਦੀਆਂ ਹਨ। -4 ਉਲਟ 4 ਪਾਵਰ। ਤਾਂ ਇਹ ਐਕਸ ਟੂ ਪਾਵਰ -4 ਇਸ ਦੀਆਂ ਯੂਨਿਟਾਂ ਹੋਣੀਆਂ ਚਾਹੀਦੀਆਂ ਲੈਗਰਾਂਜੀ ਹੁੰਦੀਆਂ। यानी कि फाई ਦੀਆਂ ਯੂਨਿਟਾਂ ਇਸ ਪ੍ਰਕਾਰ x ਰੇਜ਼ ਟੂ ਪਾਵਰ -1 ਹੋਣੀਆਂ ਚਾਹੀਦੀਆਂ ਹਨ। ਅਸੀਂ ਇੱਥੋਂ ਦੇਖ ਸਕਦੇ ਹਾਂ ਕਿ ਅਗਰ ਐਕਸ਼ਨ ਇਹਦੀਆਂ ਲੈਗਰਾਂਜੀਅਨ ਦੀਆਂ ਯੂਨਿਟਾਂ ਲੈਗਰਾਂਜੀਅਨ ਦੀ ਯੂਨਿਟ ਅਗਰ x ਰੇਜ਼ ਟੂ ਪਾਵਰ -4 ਹੈ ਤਾਂ ਇਸ ਦੇ ਵਿੱਚ ਫਾਈ ਦੀਆਂ ਯੂਨਿਟਾਂ ਨੇ ਜਿਹੜੀਆਂ ਉਹ 1/x ਹੋਣੀਆਂ ਚਾਹੀਦੀਆਂ ਨੇ। ਉਹ ਦੇਖੀਏ ਕਿਵੇਂ, ਕਿਉਂਕਿ ਡੈਰੀਵੇਟਿਵ ਹੈ ਜਿਹੜਾ ਇਸਦਾ ਇਸ ਦੀਆਂ ਯੂਨਿਟਾਂ ਅਗਰ ਇੱਥੇ ਇਹਦੇ ਸਕੇਅਰ ਦੀਆਂ ਯੂਨਿਟਾਂ ਨੇ, ਇੱਥੇ ਉੱਪਰ ਪਤਾ ਲੱਗਦਾ ਕਿ ਇੱਥੇ ਡੈਰੀਵੇਟਿਵ ਦੇ ਸਕੇਅਰ ਦੀਆਂ ਯੂਨਿਟਾਂ ਅਗਰ -4 ਨੇ ਤਾਂ ਦੋਵਾਂ ਦਾ ਅੰਡਰ ਰੂਟ ਕਰਕੇ ਇੱਥੇ ਡੈਰੀਵੇਟਿਵ ਦੀ ਯੂਨਿਟਾਂ x ਰੇਜ਼ ਟੂ ਪਾਵਰ -2 ਆਏਗਾ। ਇੱਧਰ 2 ਨੇ, ਇੱਧਰ -4 ਨੇ, ਤੇ ਅਸੀਂ ਇੱਧਰੋਂ ਵੀ ਅੰਡਰ ਰੂਟ ਕਰਦੇ ਹਾਂ, ਇੱਧਰ ਵੀ ਇਸਦਾ 1/x/4 ਦਾ ਅੰਡਰ ਰੂਟ ਕਰਦੇ ਹਾਂ ਤਾਂ 1/x ਰੇਜ਼ ਟੂ ਪਾਵਰ -2 ਆ ਜਾਂਦਾ। ਤੇ ਇਸ ਤੋਂ ਬਾਅਦ ਅਗਰ ਜਿਹੜਾ ਡੈਰੀਵੇਟਿਵ ਹੈ ਇਸਦੇ ਥੱਲੇ x ਹੁੰਦਾ ਤੇ ਇਹ x ਦੇ ਨਾਲ ਮਲਟੀਪਲਾਈਡ ਹੁੰਦਾ x ਦੀ -1 ਨਾਲ, ਤਾਂ ਇੱਧਰ ਇਹ x ਰੇਜ਼ ਟੂ ਪਾਵਰ -2 ਹੁੰਦਾ ਤਾਂ ਫਾਈ ਦੀ ਯੂਨਿਟ ਵੀ x ਰੇਜ਼ ਟੂ ਪਾਵਰ -1 ਹੋਣੀ ਚਾਹੀਦੀ ਹੈ। ਤਾਂ ਫਾਈ ਦੀਆਂ ਯੂਨਿਟਾਂ, ਫਾਈ ਦੀਆਂ ਡਾਇਮੈਂਸ਼ਨਾਂ x ਰੇਜ਼ ਟੂ ਪਾਵਰ -1 ਹੁੰਦੀਆਂ ਤੇ ਇੱਥੇ ਲਿਖਿਆ ਰਹੇਗਾ ਉੱਪਰ। ਹੁਣ ਅਸੀਂ V ਆਫ ਫਾਈ ਵਿਚਲੀਆਂ ਚੀਜ਼ਾਂ ਲਿਖਦੇ ਹਾਂ, ਦੀ ਪੋਟੈਂਸ਼ੀਅਲ ਐਨਰਜੀ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਲਿਖਦੇ ਹਾਂ। ਇਹ ½ m² ਫਾਈ ਸਕੇਅਰ ਪਲੱਸ G ਫਾਈ ਕਿਊਬ ਪਲੱਸ ਲੈਮਡਾ ਫਾਈ 4 ਪਲੱਸ ਇਸੇ ਤਰ੍ਹਾਂ ਹੋਰ ਲਿਖ ਸਕਦੇ ਹਾਂ। ਜਿਹੜੀ ਇੱਕ ਪੋਟੈਂਸ਼ੀਅਲ ਐਨਰਜੀ ਹੈ ਇਸ ਰੂਪ ਦੇ ਵਿੱਚ ਹੋ ਸਕਦੀ ਹੈ, ਇਸ ਤਰ੍ਹਾਂ ਦਾ ਫਾਈ ਦਾ ਫੰਕਸ਼ਨ ਹੋ ਸਕਦੀ ਹੈ। ਇਹ ਪਹਿਲਾਂ ½ m², ਇੱਥੇ ਹਾਫ ਜਾਣਬੁੱਝ ਕੇ ਲਿਆ ਜਾਂਦਾ ਤੇ m² ਤੇ ਇੱਥੇ G ਫਾਈ ਕਿਊਬ, G ਵੀ ਇੱਕ ਕਪਲਿੰਗ ਕਾਂਸਟੈਂਟ ਹੈ, ਇੱਥੇ ਲੈਮਡਾ ਕਪਲਿੰਗ ਕਾਂਸਟੈਂਟ ਹੈ, ਇੱਥੇ m² ਕਪਲਿੰਗ ਕਾਂਸਟੈਂਟ ਹੈ। ਇੱਥੇ ਫਾਈ ਸਕੇਅਰ ਅਤੇ ਹੋਰ ਉੱਪਰਲੀਆਂ ਪਾਵਰਾਂ ਵਾਲੀਆਂ ਸਭ ਰਕਮਾਂ ਦੀਆਂ ਵੀ ਡਾਇਮੈਂਸ਼ਨਾਂ ਹੁੰਦੀਆਂ ਹਨ। ਤਾਂ ਫਾਈ ਸਕੇਅਰ ਤੋਂ ਉੱਪਰ ਵਾਲੀਆਂ ਸਾਰੀਆਂ ਰਕਮਾਂ ਦੀਆਂ ਵੀ ਡਾਇਮੈਂਸ਼ਨਾਂ ਹੁੰਦੀਆਂ। ਤੇ ਹੁਣ ਫਾਈਨਮੈਨ ਡਾਇਗਰਾਮਾਂ ਦੇ ਬਾਰੇ ਗੱਲ ਕਰਦੇ ਹਾਂ ਜੋ ਵਰਟੈਕਸਾਂ ਤੋਂ ਬਣਾਏ ਜਾਂਦੇ ਹਨ। ਵਰਟੈਕਸ ਪੋਟੈਂਸ਼ੀਅਲ ਫੀਲਡ ਤੋਂ ਆਉਂਦੇ ਹਨ। ਇਸੇ ਤੋਂ ਆਉਂਦੇ ਨੇ ਵਰਟੈਕਸ ਪੋਟੈਂਸ਼ੀਅਲ ਫੀਲਡ ਤੋਂ। ਉੱਪਰਲੀ ਇਕੁਏਸ਼ਨ ਦੇ ਵਿੱਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਿਹੜੀ ਪਹਿਲੀ ਟਰਮ ਹੈ ½ m² ਫਾਈ ਸਕੇਅਰ, ਇਸ ਦੇ ਵਿੱਚ ਜਿਹੜੀ ਇਹ ਪੋਟੈਂਸ਼ੀਅਲ ਐਨਰਜੀ ਹੈ, ਇਸ ਦੀ ਐਨਰਜੀ ਹੈ ਜਿਹੜੀ ਇਹ ਲੈਗਰਾਂਜੀਅਨ ਦੇ ਜਿੰਨੀ ਹੋਣੀ ਚਾਹੀਦੀ ਹੈ ਤੇ x ਰੇਜ਼ ਟੂ ਪਾਵਰ -4 ਇਸ ਦੀ ਡਾਇਮੈਂਸ਼ਨ ਹੋਣੀ ਚਾਹੀਦੀ ਹੈ। ਤਾਂ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਫਿਰ ਜਿਹੜੀ m² ਹੈ ਇਸ ਦੀਆਂ ਡਾਇਮੈਂਸ਼ਨਾਂ x ਰੇਜ਼ ਟੂ ਪਾਵਰ -2 ਹੋਣੀਆਂ ਚਾਹੀਦੀਆਂ। ਤਾਂ ਇੱਥੇ -2 ਇਸ ਦੀ ਡਾਇਮੈਂਸ਼ਨ -2 ਹੋਣੀ ਚਾਹੀਦੀ ਹੈ m ਦੀ।
ਤੇ ਦੂਜੀ ਟਰਮ ਹੈ g5 ਇੱਥੇ ਇਹਦੀ ਇਹ ਡਾਇਮੈਂਸ਼ਨ x ਰੇਜ਼ ਟੂ ਪਾਵਰ -4 ਇਸੇ ਦੀ ਵੀ ਹੈ, ਤਾਂ ਇੱਥੇ g ਦੀ ਡਾਇਮੈਂਸ਼ਨ x ਰੇਜ਼ ਟੂ ਪਾਵਰ -1 ਹੋਣੀ ਚਾਹੀਦੀ ਹੈ। ਕਿਉਂਕਿ ਫਾਈ ਦੀਆਂ ਡਾਇਮੈਂਸ਼ਨਾਂ ਆਲਰੇਡੀ x ਰੇਜ਼ ਟੂ ਪਾਵਰ -2 ਹੁੰਦੀਆਂ। ਇੱਥੇ ਉੱਪਰ ਲਿਖਿਆ ਜਿਵੇਂ ਸੌਰੀ ਫਾਈ ਦੀ ਡਾਇਮੈਂਸ਼ਨ x ਰੇਜ਼ ਟੂ ਪਾਵਰ -1 ਹੈ ਆਲਰੇਡੀ, ਤਾਂ ਇਹ ਪਾਈ ਦਾ ਸਕੇਅਰ ਹੈ ਜੋ ਇਹ ਇਸ ਦੀ ਡਾਇਮੈਂਸ਼ਨ ਫਾਈ -2 ਆਲਰੇਡੀ ਹੈ, ਤੇ -2 ਨੂੰ -4 ਬਣਾਉਣ ਦੇ ਲਈ m ਦੀ ਜਿਹੜੀ ਡਾਇਮੈਂਸ਼ਨ ਹੈ ਇਹ m ਸਕੇਅਰ ਹੈ ਜੋ ਇਹ ਵੀ x ਰੇਜ਼ ਟੂ ਪਾਵਰ -2 ਹੋਣਾ ਚਾਹੀਦਾ ਹੈ। ਤੇ ਇੱਥੇ g ਦੀ ਡਾਇਮੈਂਸ਼ਨ ਤੁਸੀਂ ਦੇਖ ਸਕਦੇ ਹੋ ਕਿ x ਰੇਜ਼ ਟੂ ਪਾਵਰ -1 ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੀ ਆਲਰੇਡੀ x ਰੇਜ਼ ਟੂ ਪਾਵਰ -3 ਹੈ। ਤੇ ਇੱਕ ਫਾਈ ਦੀ ਡਾਇਮੈਂਸ਼ਨ x ਰੇਜ਼ ਟੂ ਪਾਵਰ -1 ਹੈ, ਤੇ ਫਾਈ ਰੇਜ਼ ਟੂ ਪਾਵਰ 3 ਦੀ ਡਾਇਮੈਂਸ਼ਨ x ਰੇਜ਼ ਟੂ ਪਾਵਰ -3 ਹੋਏਗੀ, ਤੇ -4 ਬਣਾਉਣ ਦੇ ਲਈ ਇਸ ਨੂੰ -1 ਦੀ ਹੋਰ ਡਾਇਮੈਂਸ਼ਨ ਦੀ ਲੋੜ ਹੈ, ਤਾਂ g ਦੀ ਡਾਇਮੈਂਸ਼ਨ -x ਰੇਜ਼ ਟੂ ਪਾਵਰ -1 ਹੋਣਾ ਚਾਹੀਦਾ। ਇਸ ਤਰੀਕੇ ਨਾਲ λ54 ਦੀ ਕੀ ਹੋਣੀ ਚਾਹੀਦੀ ਹੈ? λ54 ਦੇ ਵਿੱਚ ਆਲਰੇਡੀ -4 ਹੈ, ਇਸ ਦੇ ਲਈ ਲੈਮਡਾ ਜਿਹੜਾ ਡਾਇਮੈਂਸ਼ਨ ਲੈਸ ਹੋਣਾ ਚਾਹੀਦਾ ਹੈ, x ਰੇਜ਼ ਟੂ ਪਾਵਰ 0 ਹੋਣੀ ਚਾਹੀਦੀ ਹੈ ਇਸ ਦੀ ਡਾਇਮੈਂਸ਼ਨ, ਕਿਉਂਕਿ ਆਲਰੇਡੀ 4 ਆਪਣੇ ਆਪ ਦੇ ਵਿੱਚ ਪਹਿਲਾਂ ਹੀ x ਰੇਜ਼ ਟੂ ਪਾਵਰ -4 ਦੀ ਡਾਇਮੈਂਸ਼ਨ ਦੇ ਬਰਾਬਰ ਹੈ, ਤਾਂ ਪਾਈ ਹੈ ਜਿਹੜਾ ਇਹ ਲੈਮਡਾ ਹੈ ਜੋ ਇਹ ਡਾਇਮੈਂਸ਼ਨ ਲੈਸ ਹੋਣਾ ਚਾਹੀਦਾ ਹੈ। ਅਖੀਰਲਾ ਲਿਖਿਆ ਡਾਇਮੈਂਸ਼ਨ ਲੈਸ ਕੰਪਲੈਕਸ ਕਾਂਸਟੈਂਟ ਲੈਮਡਾ, ਇਹ ਰੀਨੋਰਮਲਾਈਜੇਸ਼ਨ ਥਿਊਰੀ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੇ ਹਨ। ਕੁਆਂਟਮ ਫੀਲਡ ਥਿਊਰੀ ਦੇ ਵਿੱਚ ਨਿਯਮ ਹੁੰਦੇ ਹਨ ਕਿ ਇਹ ਦੋ ਤੱਤਾਂ ਤੋਂ ਬਣਦੀ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਤੱਤ ਵਰਟੈਕਸ ਹੁੰਦੇ ਹਨ। ਵਰਟੈਕਸ ਇਸ ਨੂੰ ਸ਼ਿਖਰ ਨੂੰ ਕਹਿੰਦੇ ਆਪਾਂ, ਜਿੱਥੇ ਦੋ ਕਣਾਂ ਦਾ ਮਿਲਾਪ ਹੁੰਦਾ ਤੇ ਜ਼ਿਆਦਾ ਕਣਾਂ ਦਾ ਮਿਲਾਪ ਹੁੰਦਾ, ਜੋ ਹੁਣ ਇਹ ਸਪਸ਼ਟ ਹੋ ਜਾਏਗਾ ਡਾਇਗਰਾਮਾਂ ਤੋਂ। ਇਸ ਦੇ ਵਿੱਚ ਅੱਜ ਆਪਾਂ ਫੋਟੋਆਂ ਵੀ ਥੋੜ੍ਹੀ ਬਹੁਤੀਆਂ ਯੂਜ਼ ਕਰਾਂਗੇ। ਵਰਟੈਕਸ ਪੋਟੈਂਸ਼ੀਅਲਾਂ ਤੋਂ ਪੜ੍ਹੇ ਜਾਂਦੇ ਹਨ। ਉਦਾਹਰਨ ਦੇ ਤੌਰ ਤੇ g5 ਅਜਿਹਾ ਵਰਟੈਕਸ ਪ੍ਰਸਤੁਤ ਕਰਦਾ ਜਿਸ ਦੇ ਵਿੱਚ 3 ਕਣ ਆਉਂਦੇ ਹਨ। ਜਿੱਥੇ ਫਾਈ ਦੀ ਪਾਵਰ 3 ਹੈ, ਉੱਥੇ 3 ਕਣਾਂ ਦੀ ਵਰਤੋਂ ਹੁੰਦੀ ਹੈ। ਇੱਥੇ ਜਿਵੇਂ ਅਸੀਂ ਇਹ g5 ਦੇ ਲਈ ਇੱਕ ਬਣਾਇਆ ਡਾਇਗਰਾਮ, ਇਸ ਦੇ ਵਿੱਚ 3 ਕਣ ਆਉਂਦੇ ਨੇ, ਇੱਕ ਬਿੰਦੂ ਦੇ ਉੱਤੇ 3 ਕਣ ਮਿਲਦੇ ਨੇ ਜਾ ਕੇ। ਇਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹੋ ਕਿ ਇੱਕ ਕਣ ਆਉਂਦਾ ਹੈ ਤੇ 2 ਕਣ ਬਾਹਰ ਨਿਕਲਦੇ ਹੈ, ਜਾਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹੋ ਕਿ 2 ਕਣ ਆਉਂਦੇ ਨੇ ਤੇ ਇੱਕ ਕਣ ਬਾਹਰ ਨਿਕਲਦਾ। ਵਰਟੈਕਸ ਪੋਟੈਂਸ਼ੀਅਲਾਂ ਤੋਂ ਪੜ੍ਹੇ ਜਾਂਦੇ ਹਨ। ਉਦਾਹਰਨ ਦੇ ਤੌਰ ਤੇ g5 ਅਜਿਹਾ ਵਰਟੈਕਸ ਪ੍ਰਸਤੁਤ ਕਰਦਾ ਜਿਸ ਵਿੱਚ 3 ਕਣ ਇਨਪੁੱਟ ਕਰਦੇ ਹਨ, 3 ਕਣ ਇਕੱਠੇ ਸ਼ਾਮਲ ਹੁੰਦੇ ਹਨ। ਇਸ ਤਰੀਕੇ ਨਾਲ ਜਿਹੜਾ ਲੈਮਡਾ ਹੈ, ਲੈਮਡਾ ਕਪਲਿੰਗ ਕਾਂਸਟੈਂਟ 4 ਕਣਾਂ ਦੇ ਵਾਲੇ 4 ਕਣਾਂ ਵਾਲੇ ਫਾਈਨਮੈਨ ਡਾਇਗਰਾਮ ਨੂੰ ਦਰਸਾਉਂਦਾ। ਇੱਥੇ 4 ਕਣ ਦਿਖਾਏ ਗਏ ਨੇ ਕਿ ਇੱਥੇ 4 ਕਣ ਸ਼ਾਮਲ ਹੁੰਦੇ ਨੇ ਇਸ ਦੇ ਵਿੱਚ, ਲੈਮਡਾ ਦੇ ਵਿੱਚ। ਇਹ 'ਚ ਫਾਈ 4 ਯੂਜ਼ ਹੁੰਦਾ, ਇੱਥੇ ਫਾਈ 3 ਯੂਜ਼ ਹੁੰਦਾ। ਤੇ ਅੱਗੇ ਡਾਇਗਰਾਮ ਆ ਗਿਆ, ਇੱਥੇ 2 ਕਣਾਂ ਦੀ ਵਰਤੋਂ ਹੁੰਦੀ ਹੈ m² ਦੇ ਵਿੱਚ, ਨਾਲ ਹਾਫ ਵੀ ਲਿਖਿਆ ਜਾਂਦਾ। ਇਹ ਹਾਫ m² φ² ਵਾਲੀ ਪੋਟੈਂਸ਼ੀਅਲ ਦੇ ਵਾਲਾ ਮਾਮਲਾ ਬਹੁਤ ਸਰਲ ਹੁੰਦਾ ਹੈ। ਇਸ ਦੇ ਵਿੱਚ ਇੱਕੋ ਕਣ ਅੰਦਰ ਆਉਂਦਾ ਹੈ ਤੇ ਇੱਕੋ ਕਣ ਬਾਹਰ ਨਿਕਲਦਾ ਹੈ। ਇਸ ਵਿੱਚ ਇੱਥੇ ਇੱਕ ਕਣ ਇੱਧਰ ਰੈੱਡ ਲਾਈਨ ਵਿੱਚ ਦਿਖਾਇਆ ਗਿਆ ਹੈ ਕਿ ਇੱਥੇ ਅੰਦਰ ਆਉਂਦਾ ਹੈ, ਤੇ ਰੈੱਡ ਦੇ ਗ੍ਰੀਨ ਕਲਰ ਦੇ ਵਿੱਚ ਜਿਵੇਂ ਇੱਥੇ ਬਾਹਰ ਕੱਢਿਆ ਹੋਇਆ ਦਿਖਾਇਆ, ਤਾਂ ਇੱਕੋ ਕਣ ਇੱਥੇ ਇਸ ਪੁਆਇੰਟ ਦੇ ਉੱਤੇ ਇੱਕ ਕਣ ਆਉਂਦਾ ਤੇ ਇੱਕੋ ਬਾਹਰ ਨਿਕਲਦਾ। ਫਾਈਨਮੈਨ ਡਾਇਗਰਾਮ ਇੱਕ ਮੁੱਲ ਰੱਖਦੇ ਹਨ ਜੋ ਕਿਸੇ ਪ੍ਰਕਿਰਿਆ ਦੇ ਹੋਣ ਦੇ ਐਂਪਲੀਟਿਊਡ ਦੇ ਨਾਲ ਸੰਬੰਧਿਤ ਹੁੰਦੇ ਹਨ। ਇਹ ਮੁੱਲ ਵਰਟੈਕਸ ਅਤੇ ਪ੍ਰੋਪੇਗੇਟਰ ਰੱਖਦੇ ਹਨ।
ਇੱਥੇ 2 ਸ਼ਬਦ ਨੇ। ਵਰਟੈਕਸ ਬਾਰੇ ਆਪਾਂ ਪਹਿਲਾਂ ਜਾਣਿਆ ਕਿ ਕੀ ਹੈ। ਵਰਟੈਕਸ ਉਹ ਸ਼ਿਖਰ ਵਾਲਾ ਬਿੰਦੂ ਹੈ ਜਿੱਥੇ ਕਣ ਮਿਲਦੇ ਨੇ। ਪ੍ਰੋਪੇਗੇਟਰ ਬਾਰੇ ਆਪਾਂ ਥੋੜ੍ਹੀ ਦੇਰ ਤੱਕ ਪੜ੍ਹਦੇ ਹਾਂ ਕੀ ਹੁੰਦਾ। ਪ੍ਰਸਾਰਕ ਨੂੰ ਪੰਜਾਬੀ 'ਚ ਪ੍ਰਸਾਰਕ ਕਹਿੰਦੇ ਆ। ਜੋ ਇੱਕ ਬਿੰਦੂ ਤੋਂ ਕਿਸੇ ਹੋਰ ਬਿੰਦੂ ਤੱਕ ਦੀ ਗਤੀ ਨੂੰ ਪ੍ਰਸਤੁਤ ਕਰਨ ਵਾਲੀ ਲਾਈਨ ਹੁੰਦੀ ਹੈ ਪ੍ਰੋਪੇਗੇਟਰ। ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਦੀ ਗਤੀ ਨੂੰ ਦਿਖਾਉਂਦੀ ਹੈ, ਉਸ ਨੂੰ ਪ੍ਰੋਪੇਗੇਟਰ ਕਹਿੰਦੇ ਆ। ਆਓ ਪ੍ਰੋਪੇਗੇਟਰਾਂ ਦੀ ਗੱਲ ਕਰਦੇ ਹਾਂ ਜੋ ਇੱਕ ਸਪੇਸ ਟਾਈਮ ਤੋਂ ਦੂਜੀ ਸਪੇਸ ਟਾਈਮ ਤੱਕ ਰੇਖਾਵਾਂ ਦੇ ਰੂਪ ਦੇ ਵਿੱਚ ਵਾਹੇ ਜਾਂਦੇ ਹਨ। ਪਹਿਲਾ ਪ੍ਰੋਪੇਗੇਟਰ ਦੇ ਗਣਿਤਿਕ ਅਰਥ ਦੀ ਗੱਲ ਕਰਦੇ ਹਾਂ। ਇਹ ਕਿਸੇ ਕਣ ਨੂੰ ਬਿੰਦੂ x ਤੋਂ ਸ਼ੁਰੂ ਕਰਕੇ ਉਸ ਨੂੰ ਕਿਸੇ ਹੋਰ ਦੂਜੇ ਬਿੰਦੂ y ਉੱਤੇ ਖੋਜਣ ਦਾ ਐਂਪਲੀਟਿਊਡ ਹੁੰਦਾ ਹੈ। ਇਸ ਦੀ ਇਹ ਸਮੀਕਰਨ ਲਿਖੀ ਗਈ ਹੈ ਇੱਥੇ, ਜਿਵੇਂ 0 ਕੈਟ 0 ਬਰਾ ਹੈ ਪਹਿਲਾਂ, ਉਸ ਤੋਂ ਬਾਅਦ ਫਾਈ ਵਾਈ, ਫਾਈ ਆਫ ਐਕਸ, ਫਾਈ ਆਫ ਵਾਈ, ਫਾਈ ਆਫ ਐਕਸ, ਦੋ ਫੀਲਡਾਂ ਨੇ। ਇਹ ਐਕਸ ਬਿੰਦੂ ਦੇ ਉੱਤੇ ਫੀਲਡ ਆ ਤੇ ਵਾਈ ਬਿੰਦੂ ਦੇ ਉੱਤੇ ਫੀਲਡ ਆ ਫਾਈ, ਤੇ 0 ਕੈਟ ਇੱਧਰ ਵੈਕਯੂਮ ਐਨਰਜੀ ਹੈ। ਤੇ ਹੁਣ ਇਸ ਦੀਆਂ ਡਾਇਮੈਂਸ਼ਨਾਂ ਕੀ ਹੋਣਗੀਆਂ? ਪਹਿਲਾਂ ਤਾਂ ਇਸ ਦੀਆਂ ਡਾਇਮੈਂਸ਼ਨਾਂ ਦੀ ਗੱਲ ਕਰਦੇ ਹਾਂ। ਵੈਕਯੂਮ ਅਵਸਥਾ ਦੀਆਂ ਤਾਂ ਡਾਇਮੈਂਸ਼ਨਾਂ ਹੁੰਦੀਆਂ ਨਹੀਂ, ਪਰ ਫਾਈ ਦੀਆਂ ਡਾਇਮੈਂਸ਼ਨਾਂ ਹੁੰਦੀਆਂ ਨੇ। ਫਾਈ ਦੀਆਂ ਡਾਇਮੈਂਸ਼ਨਾਂ ਜਿਵੇਂ ਆਪਾਂ ਉੱਪਰ ਲਿਖੀਆਂ x ਰੇਜ਼ ਟੂ ਪਾਵਰ -1 ਹੈ ਜਾਂ 1/x ਹੈ, ਲੰਬਾਈ ਦੀ ਯੂਨਿਟ ਤੋਂ ਉਲਟੀਆਂ ਡਾਇਮੈਂਸ਼ਨਾਂ ਨੇ। ਇਸ ਲਈ ਡਾਇਮੈਂਸ਼ਨਾਂ x ਰੇਜ਼ ਟੂ ਪਾਵਰ -2 ਬਣ ਗਏ ਕਿਉਂਕਿ ਇਹਦੇ 'ਚ 2 ਫਾਈ ਨੇ। ਇੱਕ ਫਾਈ ਦੀ ਡਾਇਮੈਂਸ਼ਨ x ਰੇਜ਼ ਟੂ ਪਾਵਰ -1 ਹੈ ਤੇ ਦੋਵਾਂ ਦੀਆਂ ਡਾਇਮੈਂਸ਼ਨਾਂ x ਰੇਜ਼ ਟੂ ਪਾਵਰ -2, 1/x ਸਕੁਅਰ। ਹੁਣ ਜੇਕਰ ਫਾਈ ਦੇ ਲਈ ਕੋਈ ਪੁੰਜ ਨਾ ਹੋਵੇ ਤਾਂ ਸਮੱਸਿਆ ਅੰਦਰ ਕੋਈ ਲੰਬਾਈ ਦੀ ਸਕੇਲ ਨਹੀਂ ਹੁੰਦੀ, ਸਿਰਫ x ਅਤੇ y ਦੇ ਦਰਮਿਆਨ ਦੂਰੀ ਹੀ ਹੁੰਦੀ ਹੈ ਜੋ ਸਮੱਸਿਆ ਅੰਦਰਲੀ ਲੰਬਾਈ ਦਾ ਪੈਮਾਨਾ ਦਰਸਾਉਂਦੀ ਹੈ। ਸਿਰਫ x ਮਾਈਨਸ y ਦਾ ਜੋ ਡਿਫਰੈਂਸ ਹੈ, ਦੂਰੀ ਹੈ, ਜੋ ਡਿਸਟੈਂਸ ਹੈ, ਇਸੇ ਦਾ ਮਾਈਨਸ ਸਕੇਅਰ ਹੈ ਜੋ ਇਹੀ ਇਸ ਦੇ ਵਿੱਚ ਹੁੰਦਾ। ਇਸ 'ਚ ਪੁੰਜ ਨਹੀਂ ਹੁੰਦਾ। ਅਗਰ ਪੁੰਜ ਨਹੀਂ ਹੋਵੇ ਇਸ ਵਿੱਚ ਫਾਈ ਫੀਲਡ ਦੇ ਵਿੱਚ, ਇਹ ਸਾਨੂੰ ਇੱਕ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਕਿ ਜਦੋਂ ਦੋ ਕਣ ਬਹੁਤ ਨਜ਼ਦੀਕ ਹੁੰਦੇ ਹਨ, x ਅਤੇ ਮਾਈਨਸ ਦੇ ਵਿੱਚ ਆਪਸ 'ਚ ਦੂਰੀ ਬਹੁਤ ਘੱਟ ਹੁੰਦੀ ਹੈ, ਤਾਂ ਇਹ ਐਂਪਲੀਟਿਊਡ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਕਿਸੇ ਕਣ ਨੂੰ ਉਸਦੇ ਨੇੜੇ ਦੇ ਬਹੁਤ ਸੂਖਮ ਦੂਰੀ ਦੇ ਸਥਾਨ ਉੱਤੇ ਖੋਜਣ ਦਾ ਐਂਪਲੀਟਿਊਡ ਬਹੁਤ ਜ਼ਿਆਦਾ ਹੁੰਦਾ ਹੈ ਜਦੋਂ ਉਸਦਾ ਕੋਈ ਪੁੰਜ ਨਹੀਂ ਹੁੰਦਾ। ਹਾਂ, ਇਸ ਇਕੁਏਸ਼ਨ ਦੇ ਬਾਰੇ ਆਪਾਂ ਪਿਛਲੇ ਕੁਆਂਟਮ ਫੀਲਡ ਥਿਊਰੀ ਵਾਲੇ ਕੋਰਸ ਵਿੱਚ ਪੜ੍ਹ ਚੁੱਕੇ ਹਾਂ ਕਿ ਫਾਈ ਫੀਲਡ ਇੱਧਰ ਇੱਥੇ 2 ਫਾਈ ਫੀਲਡਾਂ ਨੇ ਤੇ ਜਿਨ੍ਹਾਂ ਵਿੱਚ ਇੱਕ ਇੱਧਰ ਇਸ ਨੂੰ ਕਣ ਨੂੰ ਇੱਧਰਲੇ ਨੂੰ ਨਸ਼ਟ ਕਰਦੀ ਹੈ ਤੇ ਦੂਜੀ ਫਾਈ ਫੀਲਡ ਇੱਧਰਲੇ ਨੂੰ ਨਸ਼ਟ ਕਰ ਸਕਦੀ ਹੈ, ਤੇ ਇਹ ਫਾਈ ਫੀਲਡ ਦੂਜੇ ਪਾਰਟੀਕਲ ਨੂੰ ਕ੍ਰੀਏਟ ਕਰ ਸਕਦੀ ਹੈ ਜਿਹੜੀ ਰਾ ਵੈਕਟਰ ਵਾਲੀ ਸਾਈਡ ਲਿਖੀ ਗਈ ਹੈ, ਤੇ ਇੱਧਰ ਵਾਲੀ ਉਧਰ ਵਾਲੇ ਪਾਰਟੀਕਲ ਨੂੰ ਕ੍ਰੀਏਟ ਕਰ ਸਕਦੀ ਹੈ। ਇਸ ਤਰ੍ਹਾਂ ਇਹ ਫੀਲਡਾਂ ਪਾਰਟੀਕਲਾਂ ਨੂੰ ਅਬਜ਼ੋਰਬ ਕਰਨ ਤੇ ਪਾਰਟੀਕਲਾਂ ਨੂੰ ਪੈਦਾ ਕਰਨ ਦੇ ਕੰਮ ਆਉਂਦੀਆਂ ਨੇ। ਖੈਰ ਇੱਥੇ ਅਸੀਂ ਕਲਾਸੀਕਲ ਫੀਲਡ ਥਿਊਰੀ ਪੜ੍ਹ ਰਹੇ ਹਾਂ ਫਿਲਹਾਲ। ਕੁਆਂਟਮ ਫੀਲਡ ਥਿਊਰੀ ਦੇ ਅੰਦਰ ਇਹ ਸਭ ਡਾਇਵਰਜੈਂਸਾਂ ਦਾ ਸੋਮਾ ਪ੍ਰੋਪੇਗੇਟਰ ਹੁੰਦਾ ਹੈ ਜੋ ਸਮੱਸਿਆਵਾਂ ਦੇ ਅੰਦਰ ਇਨਫਿਨਿਟੀਆਂ ਪੈਦਾ ਕਰਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਅਗਰ ਇੱਥੇ x ਮਾਈਨਸ ਵਾਈ ਦੀ ਡਿਫਰੈਂਸ ਬਹੁਤ ਘੱਟ ਹੈ ਅਗਰ, ਤਾਂ ਇਸ ਦਾ 1/, ਜੋ ਸਕੇਅਰ ਬਣੇਗਾ, ਜੋ ਬਹੁਤ ਛੋਟੀ ਚੀਜ਼ ਦਾ ਸਕੇਅਰ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ ਹੈ
ਤੇ ਡਾਇਵਰਜੈਂਸ ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਅੰਦਰ ਸਾਰਾ ਉਸ ਤੋਂ ਬਹੁਤ ਸਾਰੀਆਂ ਇਨਫਿਨਿਟੀਆਂ ਨਿਕਲਦੀਆਂ ਨੇ ਤੇ ਕਿਉਂਕਿ ਉਹ ਇਨਫਿਨਿਟੀ ਦੇ ਨੇੜੇ ਪਹੁੰਚ ਜਾਂਦੀ ਹੈ ਜਿਹੜੀ ਟਰਮ ਹੈ। ਇਸ ਲਈ ਆਓ ਹੁਣ ਰੀਨੋਰਮਲਾਈਜੇਸ਼ਨ ਦੀ ਗੱਲ ਬਹੁਤ ਸਰਲ ਕੰਟੈਕਸਟ ਪੁੰਜ ਦੀ ਰੀਨੋਰਮਲਾਈਜੇਸ਼ਨ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪੁੰਜ ਦੀ ਰੀਨੋਰਮਲਾਈਜੇਸ਼ਨ ਦੀ ਗੱਲ ਕਰਾਂਗੇ। ਨੋਟ ਕਰੋ ਕਿ ਸਕੇਲਰ ਫੀਲਡ ਥਿਊਰੀ ਦੇ ਅੰਦਰ ਹਾਫ ਐਮ ਸਕੇਅਰ ਪੈਰਾਮੀਟਰ ਦਿਸਦਾ ਹੈ। ਇਕੱਲਾ ਐਮ ਇਸ ਥਿਊਰੀ ਵਿੱਚ ਕਿਤੇ ਹੀ ਆਉਂਦਾ ਹੈ ਜੋ ਇਸ ਗੱਲ ਨਾਲ ਵਾਸਤਾ ਰੱਖਦਾ ਹੈ ਕਿ એનર્ਜੀ ਦੇ ਵਿੱਚ ਮੋਮੈਂਟਮ ਦਾ ਸਕੇਅਰ ਹੁੰਦਾ ਹੈ, ਜਿਸ ਵਿੱਚ ਪੁੰਜ ਦਾ ਵੀ ਸਕੇਅਰ ਹੋ ਜਾਂਦਾ ਹੈ। ਤਾਂ ਸਰਲ ਡਾਇਗਰਾਮ ਦੇ ਵਿੱਚ ਇੱਕ ਕਣ ਕਿਸੇ ਬਿੰਦੂ ਤੇ ਖਾਧਾ ਜਾਂਦਾ ਹੈ ਤੇ ਫਿਰ ਉਸੇ ਬਿੰਦੂ ਤੋਂ ਪੈਦਾ ਹੁੰਦਾ ਦਿਖਾਇਆ ਜਾਂਦਾ ਹੈ। ਆਓ ਲੈਮਡਾ ਪਾਈ 4 ਦੇ ਨਾਲ ਸੰਬੰਧਿਤ ਵਰਟੈਕਸ ਬਣਾਈਏ, ਜਿਸ ਦੇ ਵਿੱਚ ਇੱਕ ਕਣ ਅੰਦਰ ਆਉਂਦਾ ਹੈ ਤੇ ਉਹੀ ਕਣ ਇਨਵਿਨ ਉਸੇ ਬਿੰਦੂ ਉੱਤੇ ਖਾਧਾ ਜਾਂਦਾ ਹੈ ਤੇ ਫਿਰ ਪੈਦਾ ਹੋ ਜਾਂਦਾ ਹੈ। ਇੱਥੇ ਇੱਕ ਲੈਮਡਾ ਵਾਲਾ ਡਾਇਗਰਾਮ ਬਣਾਇਆ ਗਿਆ ਹੈ। ਇੱਕ ਬਿੰਦੂ ਦੇ ਉੱਤੇ ਇੱਕ ਕਣ ਆਉਂਦਾ ਹੈ ਤੇ ਇੱਥੇ ਹੀ ਇਹ ਖਾਧਾ ਜਾਂਦਾ ਹੈ ਤੇ ਦੁਬਾਰਾ ਇੱਥੇ ਹੀ ਫਿਰ ਪੈਦਾ ਹੋ ਜਾਂਦਾ ਹੈ। ਇਸ ਦਾ ਪ੍ਰੋਪੇਗੇਟਰ ਕੀ ਹੋਵੇਗਾ? ਕਿਉਂਕਿ ਇੱਥੇ ਐਕਸ ਅਤੇ ਵਾਈ ਇੱਕੋ ਬਿੰਦੂ ਹੋਣ ਕਾਰਨ ਸਮੱਸਿਆ ਆ ਸਕਦੀ ਹੈ, ਕਿਉਂਕਿ ਇੱਥੇ ਇੱਕੋ ਬਿੰਦੂ ਦੀ ਗੱਲ ਹੋ ਰਹੀ ਹੈ, ਦੋ ਬਿੰਦੂ ਤਾਂ ਹੈ ਨਹੀਂ, ਤਾਂ ਦੋਨਾਂ ਦੇ ਵਿੱਚ ਡਿਫਰੈਂਸ ਤਾਂ ਹੈ ਹੀ ਨਹੀਂ ਬਿਲਕੁਲ ਵੀ। ਤਾਂ ਅਸੀਂ ਕੱਟ ਆਫ ਸਕੇਲ ਸੀਮਤ ਕਰ ਸਕਦੇ ਹਾਂ, ਜਿਸ ਨੂੰ ਅਸੀਂ ਲੈਮਡਾ ਕਹਿ ਸਕਦੇ ਹਾਂ ਕਿ ਇਸ ਤੋਂ ਥੱਲੇ ਦੀ ਦੂਰੀ ਅਸੀਂ ਲੈ ਹੀ ਨਹੀਂ ਸਕਦੇ। ਤਾਂ ਅਸੀਂ ਪ੍ਰੋਪੇਗੇਟਰ ਨੂੰ ਲੈਮਡਾ ਡੈਲਟਾ ਮਾਈਨਸ ਸਕੇਅਰ ਲਿਖ ਸਕਦੇ ਹਾਂ। ਇਹ ਐਕਸ ਮਾਈਨਸ ਨੂੰ ਅਸੀਂ ਡੈਲਟਾ ਲਿਖ ਸਕਦੇ ਹਾਂ ਕਿ ਕੁਛ ਨਾ ਕੁਛ ਸਾਨੂੰ ਲੈਣੀ ਪਏਗੀ ਦੂਰੀ ਦੋਵੇਂ ਬਿੰਦੂਆਂ ਦੇ ਦਰਮਿਆਨ, ਕਿ ਜਿੱਥੇ ਇਹ ਪ੍ਰੋਪੇਗੇਟਰ ਸ਼ੁਰੂ ਹੁੰਦਾ ਹੈ ਤੇ ਮੁੱਕਦਾ ਆ ਕੇ ਉਹਨਾਂ ਦੇ ਦਰਮਿਆਨ ਇੱਕ ਦੂਰੀ ਅਸੀਂ ਡੈਲਟਾ ਲੈ ਸਕਦੇ ਹਾਂ। ਤੇ ਉਹ ਡੈਲਟਾ ਤੋਂ ਥੱਲੇ ਦੀ ਦੂਰੀ ਅਸੀਂ ਨਹੀਂ ਲਵਾਂਗੇ, ਉਸ ਨੂੰ ਕੱਟ ਆਫ ਸਕੇਲ ਕਹਿ ਸਕਦੇ ਹਾਂ ਕਿ ਕੱਟ ਆਫ ਹੋ ਜਾਂਦੀ, ਉਸ ਤੋਂ ਬਾਅਦ ਥਿਊਰੀ ਕੰਮ ਨਹੀਂ ਕਰਦੀ। ਤਾਂ ਇਹ ਡੈਲਟਾ ਮਾਈਨਸ ਸਕੇਅਰ ਇੱਥੇ ਲੈਮਡੇ ਦੇ ਨਾਲ ਮਲਟੀਪਲਾਈ ਕੀਤਾ ਵਾ, ਅਸੀਂ ਲਿਖ ਸਕਦੇ ਹਾਂ ਪ੍ਰੋਪੇਗੇਟਰ ਨੂੰ ਲੈਮਡਾ ਡੈਲਟਾ ਮਾਈਨਸ ਸਕੇਅਰ। ਇਸ ਤਰ੍ਹਾਂ ਕੁਆਂਟਮ ਮਕੈਨੀਕਲ ਐਂਪਲੀਟਿਊਡ ਇਹ ਬਣ ਜਾਂਦਾ ਹੈ। ਤਾਂ ਇਸ ਤਰ੍ਹਾਂ ਕੁਆਂਟਮ ਮਕੈਨੀਕਲ ਐਂਪਲੀਟਿਊਡ ਇਹ ਬਣ ਜਾਂਦਾ ਹਾਫ ਐਮ ਨੋਟ ਸਕੇਅਰ। ਐਮ ਨੋਟ ਇੱਥੇ ਸ਼ੁਰੂਆਤੀ ਮਾਸ ਹੈ, ਪਹਿਲਾਂ ਹਾਫ ਐਮ ਨੋਟ ਸਕੇਅਰ, ਇਹਦਾ ਐਂਪਲੀਟਿਊਡ ਹੈ ਫਾਈ ਸਕੇਅਰ ਦੇ ਨਾਲ ਜੋ ਮਲਟੀਪਲਾਈ ਕੀਤਾ ਗਿਆ, ਇਕੱਲਾ ਹੀ ਲਿਖਿਆ ਇੱਥੇ, ਤੇ ਪਲੱਸ ਲੈਮਡਾ ਡੈਲਟਾ ਮਾਈਨਸ ਸਕੇਅਰ। ਇਹ ਪ੍ਰੋਪੇਗੇਟਰ ਦਾ ਜੋ ਵੈਲਿਊ ਹੈ ਇੱਥੇ ਲਿਖੀ ਗਈ ਹੈ ਲੈਮਡਾ ਡੈਲਟਾ ਮਾਈਨਸ ਸਕੇਅਰ। ਜੋ ਪੁੰਜ ਦੀ ਰੀਨੋਰਮਲਾਈਜੇਸ਼ਨ ਦੀ ਇੱਕ ਉਦਾਹਰਣ ਹੈ ਕਿ ਜਿਸ ਦੇ ਵਿੱਚ ਸੂਖਮ ਸਕੇਲ ਦੀਆਂ ਦੂਰੀਆਂ ਉੱਤੇ ਆਜ਼ਾਦੀ ਦੀਆਂ ਡਿਗਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਕਿ ਜਿਨ੍ਹਾਂ ਨੂੰ ਇੱਕੋ ਧੁੰਦਲੇ ਪ੍ਰਭਾਵ ਦੇ ਵਿੱਚ ਇਕੱਠਾ ਢੇਰ ਲਗਾ ਦਿੱਤਾ ਜਾਂਦਾ ਹੈ। ਇੱਥੇ ਸਾਰੀਆਂ ਬਾਕੀ ਦੀਆਂ ਜੋ ਰਕਮਾਂ ਸੀ ਉਹਨਾਂ ਨੂੰ ਇਸ ਦੇ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਹੈ ਲੈਮਡਾ ਮਾਈਨਸ ਡੈਲਟਾ ਮਾਈਨਸ ਸਕੇਅਰ ਦੇ ਅੰਦਰ। ਤੇ ਆਹ ਸ਼ੁਰੂਆਤੀ ਪੁੰਜ ਹੈ ਹਾਫ ਐਮ ਨੋਟ ਸਕੇਅਰ। ਇਹ ਉਹ ਪ੍ਰਭਾਵੀ ਪੁੰਜ ਹੁੰਦਾ ਕਿ ਜਦੋਂ ਕਿਸੇ ਕਣ ਨੂੰ ਡੈਲਟਾ ਦੂਰੀ ਤੋਂ ਜ਼ਿਆਦਾ ਦੂਰ ਨਹੀਂ ਐਕਸਲਰੇਟ ਕੀਤਾ ਜਾਂਦਾ।
ਆਓ ਇਸੇ ਚੀਜ਼ ਨੂੰ ਇੱਕ ਹੋਰ ਫੇਨਮੈਨ ਡਾਇਗਰਾਮ ਦੇ ਲਈ ਕਰਦੇ ਹਾਂ। ਇੱਥੇ ਦੂਜਾ ਫੇਨਮੈਨ ਡਾਇਗਰਾਮ ਯੂਜ਼ ਕੀਤਾ ਗਿਆ ਹੈ। ਹੁਣ ਸਾਡੇ ਕੋਲ ਇੱਕ ਕਣ ਅੰਦਰ ਆਉਂਦਾ ਹੈ ਤੇ ਇੱਕੋ ਕਣ ਬਾਹਰ ਨਿਕਲਦਾ ਹੈ, ਪਰ ਦੋ ਬਿੰਦੂ ਹੁੰਦੇ ਹਨ। ਇੱਥੇ ਦੋ ਬਿੰਦੂ ਲਏ ਗਏ ਨੇ, ਇਹਨਾਂ ਦੇ ਦਰਮਿਆਨ ਦੂਰੀ ਹੈ ਜਿਹੜੀ ਉਹ ਡੈਲਟਾ ਲਈ ਗਈ ਹੈ। ਸਾਨੂੰ ਡੈਲਟਾ ਜਿੰਨੀ ਦੂਰੀ ਤੋਂ ਘੱਟ ਦੂਰੀ ਦੇ ਪੈਮਾਨਿਆਂ ਨੂੰ ਰੱਦ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ? ਬੁਨਿਆਦੀ ਤੌਰ ਤੇ ਅਸੀਂ ਦੋ ਬਿੰਦੂਆਂ ਦੀ ਪੋਜੀਸ਼ਨ ਦੇ ਉੱਤੇ ਇੰਟੀਗ੍ਰੇਟ ਕਰਦੇ ਹਾਂ। ਅਸੀਂ ਇੱਕ ਬਿੰਦੂ ਨੂੰ ਫਿਕਸ ਕਰਦੇ ਹਾਂ ਤੇ ਜਿੱਥੇ ਕਣ ਖਾਧਾ ਜਾਂਦਾ ਤੇ ਨਜ਼ਦੀਕੀ ਬਿੰਦੂ ਉੱਤੇ ਦੁਬਾਰਾ ਪੁਨਰ ਪ੍ਰਗਟ ਕੀਤਾ ਜਾਂਦਾ ਹੈ। ਯਾਦ ਕਰੋ ਕਿ ਕੁਆਂਟਮ ਮਕੈਨੀਕਲ ਐਂਪਲੀਟਿਊਡ ਇਸ ਘਟਨਾ ਦੇ ਸਾਰੇ ਤਰੀਕਿਆਂ ਉੱਤੇ ਜੋੜ ਕਰਦਾ ਹੈ। ਇਸ ਡਾਇਗਰਾਮ ਦੇ ਅੰਦਰ ਲੈਮਡਾ ਦੀ ਇੱਕ ਤੋਂ ਜ਼ਿਆਦਾ ਪਾਵਰ ਆਏਗੀ। ਮੰਨ ਲਓ ਕਣ ਪੋਜੀਸ਼ਨ x ਦੇ ਉੱਤੇ ਖਾਧਾ ਜਾਂਦਾ ਅਤੇ x ਪਲੱਸ ਡੈਲਟਾ ਬਿੰਦੂ ਉੱਤੇ ਫੇਰ ਪ੍ਰਗਟ ਹੁੰਦਾ, ਯਾਨੀ ਕਿ ਇੱਥੋਂ ਇਸ ਪ੍ਰੋਪੇਗੇਟਰ ਦੇ ਰਾਹੀਂ ਇੱਧਰ ਜਾਂਦਾ, ਇੱਥੋਂ ਇੱਥੇ ਜਾ ਕੇ ਪੈਦਾ ਹੁੰਦਾ x ਪਲੱਸ ਡੈਲਟਾ ਸਥਾਨ ਦੇ ਉੱਤੇ। ਤਾਂ ਇਸ ਵਿੱਚ ਲੈਮਡਾ ਦੇ ਦੋ ਫੈਕਟਰ ਹੋਣਗੇ। ਸਭ ਤੋਂ ਪਹਿਲਾਂ ਤਾਂ ਲੈਮਡਾ ਸਕੇਅਰ ਹੋਏਗਾ। ਲੈਮਡਾ ਦੇ ਇੱਥੇ ਦੋ ਫੈਕਟਰ ਨੇ, ਇਹ ਗ੍ਰੀਨ ਕਲਰ 'ਚ ਜੋ ਦਿਖਾਏ ਗਏ ਨੇ। ਹੁਣ ਸਾਡੇ ਕੋਲ ਇਹਨਾਂ ਦੋਵੇਂ ਬਿੰਦੂਆਂ ਦਰਮਿਆਨ ਤਿੰਨ ਪ੍ਰੋਪੇਗੇਟਰ ਹੁੰਦੇ ਹਨ। ਇੱਥੇ ਤਿੰਨ ਪ੍ਰੋਪੇਗੇਟਰ ਨੇ, ਇੱਕ ਗੱਬੇ ਵਾਲਾ, ਦੋ ਸਾਈਡਾਂ ਵਾਲੇ। ਇੱਥੇ ਲੈਮਡਾ ਦੇ ਇੱਥੇ ਚਾਰ ਲਾਈਨਾਂ ਨਿਕਲਦੀਆਂ ਨੇ ਇੱਕ ਬਿੰਦੂ ਤੇ, ਇੱਥੋਂ ਜਿਵੇਂ ਇਸ ਲਈ ਇਸ ਨੂੰ ਲੈਮਡਾ ਦਾ ਸਕੇਅਰ ਯੂਜ਼ ਕੀਤਾ ਜਾਂਦਾ। ਇੱਥੇ ਪਲੱਸ ਦਾ ਨਿਸ਼ਾਨ ਬਣਦਾ ਤੇ ਇੱਥੇ ਪਲੱਸ ਦਾ ਨਿਸ਼ਾਨ ਬਣਦਾ, ਯਾਨੀ ਕਿ ਇੱਥੇ ਚਾਰ ਬਿੰਦੂ ਇਕੱਠੇ ਹੁੰਦੇ ਨੇ ਇੱਥੇ, ਤੇ ਇੱਥੇ ਵੀ ਚਾਰ ਇਕੱਠੇ ਹੁੰਦੇ ਨੇ। ਤਾਂ ਹਰ ਇੱਕ ਬਿੰਦੂ ਦੇ ਲਈ ਇੱਕ ਲੈਮਡਾ ਯੂਜ਼ ਕੀਤਾ ਜਾਂਦਾ। ਹਾਂ, ਲੈਮਡੇ ਦਾ ਸਕੇਅਰ ਯੂਜ਼ ਹੁੰਦਾ ਇੱਥੇ। ਹੁਣ ਸਾਡੇ ਕੋਲ ਇਹਨਾਂ ਦੋਵੇਂ ਬਿੰਦੂਆਂ ਦੇ ਦਰਮਿਆਨ ਤਿੰਨ ਪ੍ਰੋਪੇਗੇਟਰ ਹੁੰਦੇ ਆ ਤੇ ਹਰੇਕ ਪ੍ਰੋਪੇਗੇਟਰ ਅੰਦਰ ਇੱਕ ਲੈਮਡਾ -2 ਹੁੰਦਾ, ਲੈਮਡਾ ਰੇਜ਼ਡ ਟੂ ਪਾਵਰ -2। ਹਰੇਕ ਪ੍ਰੋਪੇਗੇਟਰ ਦੇ ਵਿੱਚ ਲੈਮਡਾ ਰੇਜ਼ਡ ਟੂ ਪਾਵਰ -2 ਹੁੰਦਾ। ਜਿਵੇਂ ਆਪਾਂ ਇੱਥੇ ਕੈਲਕੂਲੇਟ ਕੀਤਾ ਕਿ ਲੈਮਡਾ ਦਾ ਸਕੇਅਰ ਇੱਥੇ ਇਸਦੀ ਦੂਰਾ ਯੂਜ਼ ਹੁੰਦਾ ਇੱਥੇ। ਇਸ ਦੇ ਲਈ ਤਿੰਨ ਪ੍ਰੋਪੇਗੇਟਰਾਂ ਦੇ ਵਿੱਚ ਲੈਮਡਾ ਰੇਜ਼ਡ ਟੂ ਪਾਵਰ -6 ਹੋਏਗਾ, ਕਿਉਂਕਿ ਤਿੰਨ ਨੇ, ਇਸ ਲਈ ਲੈਮਡਾ ਦਾ ਜੋ ਇਨਵਰਸ ਸਕੇਅਰ ਹੈ ਇੱਥੇ ਇਸਦਾ ਲੈਮਡਾ ਰੇਜ਼ਡ ਟੂ ਪਾਵਰ -6 ਯੂਜ਼ ਹੋਏਗਾ। ਅਸੀਂ ਇਸ ਦੀ ਇੰਟੀਗ੍ਰੇਸ਼ਨ ਕਰਾਂਗੇ ਤਾਂ ਲੈਮਡਾ ਸਕੇਅਰ ਤੇ ਡੈਲਟਾ ਮਾਈਨਸ ਰੇਜ਼ ਟੂ ਪਾਵਰ 6 ਦੀ ਇੰਟੀਗ੍ਰੇਸ਼ਨ ਕਰਾਂਗੇ। ਤੇ ਯਾਦ ਕਰੋ ਕਿ ਡੈਲਟਾ ਇੱਕ 4 ਵੈਕਟਰ ਹੁੰਦਾ। ਇਸ ਦੇ ਲਈ ਸਪੇਸ ਟਾਈਮ ਦੇ ਚਾਰੇ ਕੰਪੋਨੈਂਟਾਂ ਉੱਤੇ ਇੰਟੀਗ੍ਰੇਟ ਕਰਨਾ ਹੁੰਦਾ। ਡੀ ਡੈਲਟਾ 0, ਡੀ ਡੈਲਟਾ 1, ਡੀ ਡੈਲਟਾ 2, ਡੀ ਡੈਲਟਾ 3। ਇੱਕ ਡੈਲਟਾ 0 ਟਾਈਮ ਵਾਲਾ ਕੰਪੋਨੈਂਟ ਹੈ ਤੇ ਡੀ ਡੈਲਟਾ 1 ਐਕਸ ਡਾਇਰੈਕਸ਼ਨ ਵਾਲਾ, x2 ਵਾਈ ਡਾਇਰੈਕਸ਼ਨ ਵਾਲਾ ਤੇ x3 ਜੀ ਡਾਇਰੈਕਸ਼ਨ ਵਾਲਾ। ਤੇ ਚਾਰੇ ਕੰਪੋਨੈਂਟਾਂ ਨੂੰ ਅਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, ਜਿਵੇਂ ਆਪਾਂ ਡੀ ਮਿਊ ਲਿਖਦੇ ਹਾਂ, ਜਾਂ ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ਲੈਮਡਾ ਸਕੇਅਰ ਡੈਲਟਾ -6 ਡੀ4 ਡੈਲਟਾ ਲਿਖ ਸਕਦੇ ਹਾਂ ਇਸ ਨੂੰ। ਹੁਣ ਅਸੀਂ ਇਸ ਨੂੰ ਇੰਟੀਗ੍ਰੇਟ ਕਰਾਂਗੇ। ਅਸੀਂ ਇਸ ਨੂੰ ਵਿਸ਼ਾਲ ਦੂਰੀਆਂ ਦੇ ਲਈ ਇੰਟੀਗ੍ਰੇਟ ਕਰਨਾ ਚਾਹੁੰਦੇ ਹੋ ਸਕਦੇ ਹਾਂ, ਪਰ ਇਸ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਇਹ ਸੂਖਮ ਦੂਰੀਆਂ ਉੱਤੇ ਇੰਨਾ ਕੇਂਦਰਿਤ ਹੋਇਆ ਹੁੰਦਾ ਹੈ ਕਿ ਇਹ ਪ੍ਰਮੁੱਖ ਤੌਰ ਤੇ ਬਹੁਤ ਨਜ਼ਦੀਕੀ ਬਿੰਦੂਆਂ ਦੁਆਰਾ ਹੀ ਨਿਯੰਤਰਿਤ ਹੁੰਦਾ, ਡੋਮੀਨੇਟ ਹੁੰਦਾ।
ਇਹ ਜਾਣਨ ਦੇ ਲਈ ਮਹੱਤਵਪੂਰਨ ਚੀਜ਼ ਹੁੰਦੀ ਹੈ ਕਿ ਹਰੇਕ ਕੋਆਰਡੀਨੇਟ ਦੇ ਲਈ ਇੰਟੈਗਰਲ ਸੂਖਮ ਦੂਰੀਆਂ ਤੋਂ ਵਿਸ਼ਾਲ ਦੂਰੀਆਂ ਵੱਲ ਨੂੰ ਜਾਂਦਾ ਹੈ ਜਾਂ ਇੰਟੀਗ੍ਰੇਸ਼ਨ ਦਾ ਨਿਊਨਤਮ ਸਿਰਾ ਡੈਲਟਾ ਹੀ ਹੁੰਦਾ ਹੈ। ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਇੰਟੀਗਰਲ ਕਿੰਨਾ ਵੱਡਾ ਹੁੰਦਾ ਹੈ? ਡੈਲਟਾ ਇੱਕ ਡਾਇਮੈਂਸ਼ਨਹੀਣ ਨੰਬਰ ਹੁੰਦਾ ਹੈ, ਇਸ ਦੇ ਲਈ ਇਸ ਨੂੰ ਇੰਟੀਗਰਲ ਤੋਂ ਬਾਹਰ ਰੱਖ ਸਕਦੇ ਹਾਂ। ਡੈਲਟਾ ਸਕੁਏਅਰ ਨੂੰ ਆਪਾਂ ਬਾਹਰ ਲਿਖ ਸਕਦੇ ਹਾਂ ਇੰਟੀਗਰਲ ਤੋਂ। ਅਸੀਂ ਡੈਲਟਾ ਰੇਜ਼ ਟੂ ਪਾਵਰ -6 d4 ਡੈਲਟਾ ਇਜ਼ ਇਕੁਅਲ ਟੂ ਇਹ ਜਿਹੜਾ ਡੈਲਟਾ ਦਾ ਇਨਵਰਸ ਸਕੁਏਅਰ ਦਾ ਕਿਊਬ ਹੈ, ਇਸ ਦੇ ਚਾਰੇ ਸਪੇਸ ਦੇ ਇੰਟੀਗਰਲ ਦੇ ਨਾਲ ਇੰਟੀਗਰਲ ਕਿਵੇਂ ਕਰਾਂਗੇ? ਡਾਇਮੈਂਸ਼ਨਲ ਵਿਸ਼ਲੇਸ਼ਣ ਇਸ ਦਾ ਜਵਾਬ ਦਿੰਦਾ ਹੈ। ਇੱਥੇ ਅਸੀਂ ਕੋਈ ਇੰਟੀਗਰਲ ਨਹੀਂ ਕੱਢਾਂਗੇ, ਸਿਰਫ ਇੰਨਾ ਕਰਾਂਗੇ ਕਿ ਡਾਇਮੈਂਸ਼ਨਲ ਵਿਸ਼ਲੇਸ਼ਣ ਸਾਨੂੰ ਦੱਸਦਾ ਹੈ ਕਿ ਇੰਟੀਗ੍ਰੇਸ਼ਨ ਦੇ ਨਿਊਨਤਮ ਸਿਰੇ ਦੇ ਉੱਤੇ ਨਿਰਭਰ ਕਰਦਾ ਹੈ। ਅਸੀਂ ਕੱਟ ਆਫ ਦੂਰੀ ਜਿਹੜੀ ਡੈਲਟਾ ਤੋਂ ਛੋਟੀਆਂ ਦੂਰੀਆਂ ਨਹੀਂ ਲੈਂਦੇ ਜੋ ਫੀਲਡ ਥਿਊਰੀ ਦੇ ਵਿੱਚ ਕੱਟ ਦਿੱਤੀਆਂ ਜਾਂਦੀਆਂ ਹਨ। ਇਸ ਲਈ ਜਵਾਬ ਡੈਲਟਾ ਇਨਵਰਸ ਸਕੁਏਅਰ ਦੇ ਉੱਤੇ ਹੀ ਨਿਰਭਰ ਕਰੇਗਾ, ਯਾਨੀ ਕਿ ਇਸ ਦਾ ਜਿਹੜਾ ਆਨਸਰ ਹੈ ਉਹ ਡੈਲਟਾ ਲੈਮਡਾ ਸਕੁਏਅਰ ਡੈਲਟਾ ਮਾਈਨਸ ਸਕੁਏਅਰ ਹੀ ਰਹੇਗਾ। इसका इंटीग्रल की वैल्यू है जो एनी ही रहेगी लैम्डा स्क्वायर डेल्टा माइनस स्क्वायर। हालांकि इस पाई वर्गे कुछ होर संख्यक हिस्से भी होंगे हैं, पर इत्थे सानू उन्हां दी जरूरत नहीं है क्योंकि जेकर कोई उच्च शुद्धता वाला प्रयोग करना होवे तां उन्हां दी लोड़ हो सकती है। सानू सिर्फ डेल्टा स्क्वायर लैम्डा स्क्वायर डेल्टा इनवर्स स्क्वायर की ही जरूरत पैंदी है। ਹੋਰ ਬਹੁਤ ਸਾਰੇ ਡਾਇਗਰਾਮ ਹੋ ਸਕਦੇ ਹਨ ਤੇ ਜਿਨ੍ਹਾਂ ਦੇ ਵਿੱਚ ਲੈਮਡਾ ਦੀਆਂ ਉੱਚ ਪਾਵਰਾਂ ਦੀ ਵਰਤੋਂ ਹੁੰਦੀ ਹੋਵੇਗੀ। ਉਦਾਹਰਨ ਦੇ ਤੌਰ ਤੇ ਇੱਥੇ ਇੱਕ ਹੋਰ ਫਾਈਨਮੈਨ ਡਾਇਗਰਾਮ ਹੈ ਜਿਸ ਦੇ ਵਿੱਚ ਲੈਮਡਾ 4 ਦੀ ਜ਼ਰੂਰਤ ਪੈਂਦੀ ਹੈ। ਇੱਥੇ ਇੱਕ ਹੋਰ ਡਾਇਗਰਾਮ ਹੈ, ਇਸ ਦੇ ਵਿੱਚ ਵੀ ਲੈਮਡਾ 4 ਲੈਮਡੇ ਯੂਜ਼ ਹੁੰਦੇ ਨੇ। ਇੱਥੇ ਦੇਖੋ ਇੱਥੇ ਯੂਜ਼ ਹੁੰਦਾ, ਇੱਥੇ ਯੂਜ਼ ਹੁੰਦਾ, ਇੱਥੇ ਯੂਜ਼ ਹੁੰਦਾ। ਇੱਥੇ ਵੀ 4 ਪੁਆਇੰਟ 4 ਰੇਖਾਵਾਂ ਮਿਲਦੀਆਂ ਨੇ ਇੱਕ ਪੁਆਇੰਟ ਦੇ ਉੱਤੇ, ਇੱਥੇ ਵੀ 4 ਮਿਲਦੀਆਂ ਨੇ ਇੱਕ ਪੁਆਇੰਟ ਦੇ ਉੱਤੇ, ਇੱਥੇ ਵੀ ਤੇ ਇੱਥੇ ਵੀ। ਵਿੱਚ ਲੈਮਡਾ ਦੀ ਪਾਵਰ 4 ਯੂਜ਼ ਹੁੰਦੀ ਹੈ। ਤਾਂ ਜਵਾਬ ਇਹ ਹੈ ਕਿ ਰਕਮਾਂ ਦੀ ਇੱਕ ਅਨੰਤ ਲੜੀ ਹੁੰਦੀ ਹੈ ਜਿਸ ਦੇ ਵਿੱਚ ਹਰੇਕ ਦੇ ਵਿੱਚ ਡੈਲਟਾ ਦਾ ਇਨਵਰਸ ਸਕੁਏਅਰ ਹੁੰਦਾ ਹੈ। ਅਜੇ ਤੱਕ ਅਸੀਂ ਜਿਹੜੀ ਹੈ ਸੈਂਟਰ ਵਾਲੀ ਟਰਮ ਹੈ G5 ਕਿਊਬ ਦੇ ਵਾਲੀ ਰਕਮ ਦੀ ਵਰਤੋਂ ਨਹੀਂ ਕੀਤੀ ਹੈ। ਆਓ ਇਸ ਦਾ ਡਾਇਗਰਾਮ ਦੇਖੀਏ ਕਿਵੇਂ ਬਣਦਾ ਹੈ। ਜੋ ਕੁਝ ਜ਼ਿਆਦਾ ਦਿਲਚਸਪ ਠੋਸ ਡਾਇਮੈਂਸ਼ਨਲ ਵਿਸ਼ੇਸ਼ਣ ਹੈ। ਜੇਕਰ ਸਾਡੇ ਕੋਲ ਇਸ ਤਰ੍ਹਾਂ ਦਿਸਣ ਵਾਲਾ ਇੰਟੀਗਰਲ ਹੋਵੇ ਤਾਂ ਅਸੀਂ ਕੀ ਪ੍ਰਾਪਤ ਕਰਦੇ ਹਾਂ? ਤਾਂ ਇੰਟੀਗਰਲ ਹੈ ਡੈਲਟਾ ਤੋਂ ਲੈ ਕੇ ਇਨਫਿਨਿਟੀ ਤੱਕ। ਡੈਲਟਾ ਨਿਊਨਤਮ ਲੰਬਾਈ ਹੈ, ਇਨਫਿਨਿਟੀ ਵੱਧ ਤੋਂ ਵੱਧ ਹੈ ਦੂਰੀ। ਤੇ 1 ਡੈਲਟਾ ਦਾ ਡੀ ਡੈਲਟਾ ਕਿੰਨਾ ਬਣੇਗਾ? ਇਹ ਲੌਗਰਿਥਮ ਵਾਲਾ ਇੰਟੀਗਰਲ ਹੁੰਦਾ ਹੈ। ਜਿਵੇਂ ਆਪਾਂ ਜਾਣਦੇ ਹਾਂ ਕਿ 1/x ਦਾ ਜੋ ਲੌਗਰਿਥਮ ਹੈ ਉਹ log x ਹੁੰਦਾ। ਤਾਂ ਹੁਣ ਡਾਇਮੈਂਸ਼ਨਾਂ ਦੇ ਪੱਧਰ ਉੱਤੇ ਤੁਸੀਂ ਕਹੋਗੇ ਕਿ ਇਹ ਕੋਈ ਡਾਇਮੈਂਸ਼ਨ ਨਹੀਂ ਰੱਖਦਾ, ਇਸ ਲਈ ਤੁਸੀਂ ਸੋਚਦੇ ਹੋਵੋਗੇ ਕਿ ਇਹ ਇੱਕ ਕਾਂਸਟੈਂਟ ਹੈ, ਪਰ ਇਹ ਕਾਂਸਟੈਂਟ ਨਹੀਂ ਹੁੰਦਾ ਕਿ ਦਰਅਸਲ ਇਹ ਇੱਕ ਡਾਇਵਰਜ ਹੋਇਆ ਇੰਟੀਗਰਲ ਹੁੰਦਾ ਹੈ। ਜਵਾਬ log ਡੈਲਟਾ ਹੁੰਦਾ। ਆਓ ਹੁਣ ਇਸ ਦਾ ਡਾਇਗਰਾਮ ਬਣਾਉਂਦੇ ਹਾਂ। ਇਸ ਦੇ ਵਿੱਚ ਸੈਂਟਰ ਵਾਲੀ ਰੇਖਾ ਨਹੀਂ ਹੁੰਦੀ। ਇਸ ਤਰੀਕੇ ਦਾ ਡਾਇਗਰਾਮ ਹੈ ਇਸ ਦਾ G5 ਕਿਊਬ ਦਾ। ਇਸ ਵਿੱਚ ਸੈਂਟਰ ਵਾਲੀ ਰੇਖਾ ਨਹੀਂ ਹੁੰਦੀ ਅਤੇ 2 ਕਿਊਬਿਕ ਵਰਟੈਕਸ ਹੁੰਦੇ ਹਨ ਤੇ 2 ਵਰਟੈਕਸ ਹੁੰਦੇ ਹਨ ਜਿਨ੍ਹਾਂ 'ਚ 3 ਕਣ ਅੰਦਰ ਆਉਂਦੇ ਹਨ, ਜਿਸ ਵਿੱਚ ਹਰੇਕ ਸ਼ਿਖਰ ਦੇ ਉੱਤੇ 3 ਕਣ ਅੰਦਰ ਆਉਂਦੇ ਹਨ। ਇਸ ਵਿੱਚ 2 ਪ੍ਰੋਪੇਗੇਟਰ ਹੁੰਦੇ ਹਨ, ਯਾਨੀ ਕਿ ਇੰਟੀਗਰਲ ਦੇ ਅੰਦਰ 2 ਡੈਲਟਾ ਇਨਵਰਸ ਸਕੁਏਅਰ ਹੋਣ ਦੇ ਨਾਲ ਡੈਲਟਾ -4 ਹੁੰਦਾ ਹੈ। ਇਸ ਵਿੱਚ ਡੈਲਟਾ -4 ਯੂਜ਼ ਹੋਏਗਾ ਕਿਉਂਕਿ ਇੱਥੇ
2 ਪ੍ਰੋਪੇਗੇਟਰ ਨੇ। ਤਾਂ ਜੀ ਸਕੁਏਅਰ ਦੇ ਨਾਲ ਡੈਲਟਾ -4 ਯੂਜ਼ ਹੋਏਗਾ। ਤੇ ਇੱਥੇ ਵੀ ਲੋਗਰਿਥਮ ਹੀ ਵਰਤਿਆ ਜਾਏਗਾ ਕਿਉਂਕਿ ਨਿਊਮਰੇਟਰ ਤੇ ਡਿਨੋਮੀਨੇਟਰ ਵਿੱਚ ਇੱਕੋ ਜਿਹੀਆਂ ਡਾਇਮੈਂਸ਼ਨਾਂ ਹਨ। ਇੱਥੇ ਦੇਖ ਸਕਦੇ ਹਾਂ ਕਿ ਇੱਥੇ ਜੀ ਸਕੁਏਅਰ ਤੇ ਕਾਂਸਟੈਂਟ ਹੈ। ਇੱਥੇ ਡੈਲਟਾ -4 ਤੇ D4 ਇਹ ਬਰਾਬਰ ਡਾਇਮੈਂਸ਼ਨਾਂ ਨੇ ਤੇ ਸੇਮ ਲੌਗ ਵਾਲੀ ਸਿਚੁਏਸ਼ਨ ਹੈ ਕਿ ਉੱਥੇ ਵੀ 1/x ਤੇ dx ਦਾ ਜਿਵੇਂ log x ਹੁੰਦਾ ਇੱਥੇ ਇਸਦਾ ਵੀ log ਹੀ ਯੂਜ਼ ਹੋਏਗਾ। ਇਹ ਜੀ ਸਕੁਏਅਰ log ਡੈਲਟਾ ਇਸ ਦਾ ਆਂਸਰ ਆਏਗਾ। ਲੋਗਰਿਥਮ ਫੰਕਸ਼ਨ ਡੈਲਟਾ ਇਨਵਰਸ ਸਕੁਏਅਰ ਤੋਂ ਬਹੁਤ ਕਮਜ਼ੋਰ ਰਹਿੰਦਾ ਹੈ। ਇਸ ਦੇ ਲਈ ਜਦੋਂ ਡੈਲਟਾ ਬਹੁਤ ਸੂਖਮ ਹੁੰਦਾ ਹੈ ਤਾਂ ਸਿਰਫ ਡੈਲਟਾ ਇਨਵਰਸ ਸਕੁਏਅਰ ਹੀ ਪ੍ਰਭਾਵੀ ਹੁੰਦੀਆਂ ਹਨ। ਇਸ ਨੂੰ ਮਾਸਟਰੀ ਨਾਰਮਲਾਈਜੇਸ਼ਨ ਕਿਹਾ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਜੀ ਨੂੰ ਪੂੰਜੀ ਦੇ ਤੌਰ ਤੇ ਲਿਆ ਜਾਂਦਾ ਹੈ ਤਾਂ ਇਹ ਜੀ ਸਕੁਏਅਰ ਦੇ ਰੂਪ ਵਿੱਚ ਕਿਸੇ ਚੀਜ਼ ਨੂੰ ਕੋਈ ਸੋਧ ਦਿੰਦੀ ਹੈ, ਕਰੈਕਸ਼ਨ ਦਿੰਦੀ ਹੈ। ਆਓ ਹੁਣ ਲੈਮਡਾ ਦੀ ਰੀਨੋਰਮਲਾਈਜੇਸ਼ਨ ਬਾਰੇ ਗੱਲ ਕਰੀਏ। ਲੈਗਰਾਂਜੀਅਨ ਵਿਚਲੀ ਹਰੇਕ ਰਕਮ ਵੀ ਨਾਰਮਲਾਈਜ਼ ਕੀਤੀ ਜਾ ਸਕਦੀ ਹੈ। ਕੇਵਲ ਇਕੱਲਾ ਪੁੰਜ ਹੀ ਨਹੀਂ ਕੀਤਾ ਜਾਂਦਾ, ਹਰੇਕ ਰਕਮ ਹੋਰ ਵੀ ਨਾਰਮਲਾਈਜ਼ ਕੀਤੀ ਜਾ ਸਕਦੀ ਹੈ। ਇਹ ਸਕੇਲਰ ਕਣਾਂ ਦੇ ਪੁੰਜ ਦੀ ਰੀਨੋਰਮਲਾਈਜੇਸ਼ਨ ਸੀ। ਤਾਂ ਅੱਗੇ ਫਾਈਨ ਟਿਊਨਿੰਗ ਪੜਾਂਗੇ ਆਪਾਂ। ਹਾਲਾਂਕਿ ਇਸ ਦੇ ਲਈ ਆਪਾਂ ਇੱਕ ਅਲੱਗ ਤੋਂ ਹੋਰ ਹਿਗਸ ਬੋਸਨ ਬਾਰੇ ਵੀਡੀਓ ਮੈਂ ਬਣਾਵਾਂਗਾ। ਥੋੜੀ ਡਿਟੇਲ ਵਿੱਚ ਹੋਏਗੀ ਲੇਕਿਨ ਇੱਥੇ ਥੋੜਾ ਸੰਖੇਪ ਦੇ ਵਿੱਚ ਇਸ ਦੇ ਵਿੱਚ ਗੱਲ ਹੋਏਗੀ ਉਸਦੀ। ਤੁਸੀਂ ਸੋਚਦੇ ਹੋ ਕਿ ਫਰਮੀਓਨਾਂ ਦੇ ਲਈ ਵੀ ਇਵੇਂ ਹੀ ਹੁੰਦਾ ਹੋਵੇਗਾ ਪਰ ਅਜਿਹਾ ਨਹੀਂ ਹੁੰਦਾ। ਫਰਮੀਓਨ ਜਰਾ ਇਸ ਸਮਝ ਦੇ ਮੁਤਾਬਕ ਉਲਟ ਵਰਤਾਓ ਕਰਦੇ ਹਨ ਕਿ ਮੰਨ ਲਓ ਕੱਟ ਆਫ ਦੂਰੀ ਬਹੁਤ ਸੂਖਮ ਹੋਵੇ ਜਿਵੇਂ ਪਲੈਂਕ ਸਕੇਲ ਦੀ ਦੂਰੀ ਹੋਵੇ ਕਿ ਅਸੀਂ ਪ੍ਰਯੋਗਾਂ ਨੂੰ ਪਲੈਂਕ ਸਕੇਲ ਉੱਤੇ ਕਰ ਰਹੇ ਹੋਈਏ ਤਾਂ ਅਸੀਂ ਇੱਥੇ ਡੈਲਟਾ ਦੀ ਜਗ੍ਹਾ ਇੱਕ ਪਲੈਂਕ ਲੈਂਥ ਲਿਖ ਰਹੇ ਹੋਵਾਂਗੇ। ਪਲੈਂਕ ਲੈਂਥ ਪ੍ਰੋਟੋਨ ਦੇ ਸਾਈਜ਼ ਤੋਂ ਲਗਭਗ 20 ਗੁਣਾ ਛੋਟੀ ਹੁੰਦੀ ਹੈ ਅਤੇ ਹੁਣ ਤੱਕ ਦੇ ਐਕਸਲਰੇਟਰ ਪ੍ਰਯੋਗਾਂ ਦੀ ਸੂਖਮ ਸਕੇਲ ਤੋਂ 17 ਗੁਣਾ ਛੋਟੀ ਹੁੰਦੀ ਹੈ। वैसे 17 गुना का मतलब है 10⁻⁻17 जो काफ़ी ज़्यादा इतने गुना लिखा हुआ मैं ठीक नहीं लिखा 10⁻⁻17 लिखना चाहिए सी। ਡੈਲਟਾ ਸਕੇਅਰ ਸਧਾਰਨ ਕਣ ਭੌਤਿਕ ਵਿਗਿਆਨ ਯੂਨਿਟਾਂ ਦੇ ਵਿੱਚ ਬਹੁਤ ਅਤੀ ਸੂਖਮ ਨੰਬਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਅਸੀਂ GeV ਦੀ ਵਰਤੋਂ ਕਰੀਏ ਤਾਂ ਪਲੈਂਕ ਦੂਰੀ 10⁻⁻19 GeV-1 ਹੋਵੇਗੀ ਤਾਂ ਡੈਲਟਾ ਰੇਜ਼ ਟੂ ਪਾਵਰ ਮਾਈਨਸ ਸਕੇਅਰ ਦਾ ਮੁੱਲ ਆ ਜਿਹੜਾ 10⁻38 ਤੱਕ ਚਲੇ ਜਾਏਗਾ। ਤਾਂ ਡੈਲਟਾ ਮਾਈਨਸ ਸਕੇਅਰ ਕਾफ़ੀ ਵੱਡੀ ਰਕਮ ਬਣ ਜਾਂਦੀ ਹੈ। ਫਿਰ ਉਦਾਹਰਨ ਦੇ ਤੌਰ ਤੇ ਹਿਗਸ ਬੋਸਨ ਦੇ ਲਈ ਸਾਨੂੰ ਕੀ ਉੱਤਰ ਮਿਲੇਗਾ। ਹਿਗਸ ਬੋਸਨ ਸਕੇਲਰ ਕਣ ਦੀ ਉਦਾਹਰਨ ਹੈ। ਇਹ ਤਕਰੀਬਨ 200 GeV ਹੋਣਾ ਚਾਹੀਦਾ ਹੈ। ਹਾਂ 10⁻38 ਸਾਨੂੰ ਕੀ ਮਿਲ ਰਿਹਾ ਹੈ। ਦਰਅਸਲ ਇਕੁਏਸ਼ਨ ਦੇ ਵਿੱਚ ਇਹ ਸਭ ਆਪਸ ਵਿੱਚ ਕੈਂਸਲ ਹੋ ਕੇ 34 ਅੰਕ ਘਟਾ ਦਿੰਦੀਆਂ ਹਨ। ਇਹ ਜੋ ਅਸੀਂ ਇਕੁਏਸ਼ਨ ਬਣਾਈ ਹੈ ਕਿ ਪਹਿਲਾ ਸ਼ੁਰੂਆਤੀ ਮੁੱਲ ਹਾਫ ਚੌਥੀ ਮੁੱਲ ਦਾ ਪੁੰਜ ਦਾ ਸਕੇਅਰ ਹਾਫ ਦੇ ਨਾਲ ਮਲਟੀਪਲਾਈ ਕੀਤਾ ਵਾ। ਇਸ ਤੋਂ ਬਾਅਦ ਲੈਮਡਾ ਜੀ ਸਕੇਅਰ ਪਲੱਸ ਲੈਮਡਾ ਸਕੇਅਰ ਜੀ ਸਕੇਅਰ ਪਲੱਸ ਲੈਮਡਾ 3 ਜੀ ਸਕੇਅਰ ਇਹ ਸਭ ਇਕੁਏਸ਼ਨਾਂ ਨੇ ਜੋ ਆਪਸ ਵਿੱਚ ਕੋਈ ਨਾ ਕੋਈ ਮਾਈਨਸ ਵਾਲੀ ਵੀ ਹੁੰਦੀ ਹੈ ਇਹਨਾਂ ਵਿੱਚ ਤਾਂ ਇਹ ਆਪਸ ਵਿੱਚ ਸਾਰੀਆਂ ਕੈਂਸਲ ਹੋ ਕੇ 34 ਡਿਗਰੀਆਂ ਘਟਾ ਦਿੰਦੀਆਂ ਨੇ ਇਸ ਦੀਆਂ। ਜੋ 38 ਸਿਫਰਾਂ ਨੇ 10⁻38 ਉਹਨਾਂ ਨੂੰ ਉਹ 200 ਤੱਕ ਸੀਮਿਤ ਕਰ ਦਿੰਦੀਆਂ। ਇਸ ਨੂੰ ਫਾਈਨ ਟਿਊਨਿੰਗ ਕਿਹਾ ਜਾਂਦਾ ਜੋ ਹਿਗਸ ਬੋਸਨ ਦੀ ਫਾਈਨ ਟਿਊਨਿੰਗ ਸਮੱਸਿਆ ਹੈ। ਹਿਗਸ ਬੋਸਨ ਇਸ ਤਰ੍ਹਾਂ ਦੀ ਪੋਟੈਂਸ਼ੀਅਲ ਰੱਖਦਾ ਹੈ। ਆਓ ਹੁਣ ਫਰਮੀਓਨਾਂ ਦੀ ਗੱਲ ਕਰਦੇ ਹਾਂ।
ਫਰਮੀਓਨ ਇਸ ਕਿਸਮ ਦੀ ਸਮੱਸਿਆ ਨਹੀਂ ਰੱਖਦੇ। ਫਰਮੀਓਨਾਂ ਦੇ ਵਿੱਚ ਪੁੰਜ ਇਸ ਤਰੀਕੇ ਨਾਲ ਪਰਿਭਾਸ਼ਿਤ ਹੁੰਦਾ ਹੈ। ਤਾਂ ਫਰਮੀਓਨ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਜਾਂਦਾ ਪੁੰਜ ਨੂੰ ਐਮ ਫਾਈ ਬਾਰ ਫਾਈ ਸੌਰੀ ਐਮ ਸਾਈ ਬਾਰ ਸਾਈ। ਸਾਈ ਕਿਸੇ ਪੋਜੀਸ਼ਨ ਉੱਤੇ ਫਰਮੀਓਨ ਨੂੰ ਖਾ ਲੈਂਦੀ ਹੈ ਤੇ ਸਾਈ ਬਾਰ ਫੇਰ ਤੋਂ ਪੈਦਾ ਕਰ ਦਿੰਦੀ ਹੈ। ਅਸੀਂ ਦੇਖਾਂਗੇ ਕਿ ਫਰਮੀਓਨਾਂ ਵਾਸਤੇ ਪੁੰਜ ਦੀ ਰੀਨੋਰਮਲਾਈਜੇਸ਼ਨ ਜ਼ਿਆਦਾ ਵੱਡੀ ਗੱਲ ਨਹੀਂ ਹੈ। ਜਿਵੇਂ ਅਸੀਂ ਪਹਿਲਾਂ ਪੜ੍ਹਿਆ ਹੈ ਕਿ ਸਾਈ ਬਾਰ ਸਾਈ ਫੀਲਡ ਖੱਬੇ ਪਾਸੇ ਵਾਲੇ ਕਣ ਨੂੰ ਖਾਂਦੀ ਹੈ ਤੇ ਸੱਜੇ ਪਾਸੇ ਵਾਲੇ ਕਣ ਦਾ ਨਿਕਾਸ ਕਰਦੀ ਹੈ ਜਾਂ ਰਚਦੀ ਹੈ। ਇਹ ਦੋਵੇਂ ਫੀਲਡਾਂ ਇੱਕ ਦੂਜੀ ਤੋਂ ਉਲਟ ਕੰਮ ਕਰਦੀਆਂ ਨੇ। ਇੱਕ ਅਗਰ ਕਣ ਨੂੰ ਇੱਕ ਸਾਈਡ ਨੂੰ ਜਿਹੜੀ ਕਣ ਫੀਲਡ ਖਾਂਦੀ ਹੈ, ਉਸੇ ਸਾਈਡ ਨੂੰ ਉਹ ਅ, ਅ, ਉਸਦੇ ਦੂਜੀ ਸਾਈਡ ਨੂੰ ਉਹ ਫੀਲਡ ਕਣ ਨੂੰ ਨਸ਼ਟ ਕਰਦੀ ਹੈ, ਸੌਰੀ ਪੈਦਾ ਕਰਦੀ ਹੈ। ਤੇ ਜਿਹੜੀ ਸਾਈਡ ਨੂੰ ਦੂਜੀ ਫੀਲਡ ਪੈਦਾ ਕਰਦੀ ਹੈ ਉਸ ਸਾਈਡ ਨੂੰ ਅ, ਉਸਦੀ ਦੂਜੀ ਸਾਈਡ ਨੂੰ ਉਹ ਫੀਲਡ ਉਸੇ ਕਣ ਨੂੰ ਪੈਦਾ ਕਰਦੀ ਹੈ। ਯਾਨੀ ਕਿ ਕਣ ਦਾ ਸੱਜੇ ਖੱਬੇ ਵਾਲਾ ਪਾਸਾ ਗੁਣ ਜਿਹੜਾ ਪਾਸੇ ਵਾਲਾ ਗੁਣ ਆ ਉਹ ਫਲਿੱਪ ਕਰ ਦਿੰਦੇ ਆ, ਜਿਸ ਨੂੰ ਹੈਲੀਸਿਟੀ ਕਹਿੰਦੇ ਨੇ। ਖੱਬੇ ਜਾਂ ਸੱਜੇ ਪਾਸੇ ਦਾ ਅਰਥ ਹੈ ਕਿ ਗਤੀ ਦੀ ਦਿਸ਼ਾ ਦੇ ਵਿੱਚ ਘੁੰਮਣ ਦੀ ਦਿਸ਼ਾ ਦਾ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਹੋਣਾ। ਕੁਆਂਟਮ ਇਲੈਕਟ੍ਰੋਡਾਇਨਾਮਿਕਸ ਦੇ ਵਿੱਚ ਫਰਮੀਓਨ ਗੇਜ ਬੋਸਨ ਜਾਂ ਸਕੇਲਰ ਕਣ ਦਾ ਨਿਕਾਸ ਕਰਦੇ ਹਨ। ਜਦੋਂ ਕੋਈ ਇਲੈਕਟ੍ਰੋਨ ਗੇਜ ਬੋਸਨ ਦਾ ਨਿਕਾਸ ਕਰਦਾ ਹੈ ਤਾਂ ਉਸਦੇ ਸੱਜੇ ਖੱਬੇ ਪਾਸੇ ਦੇ ਸਪਿਨ ਤੇ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਤਾਂ ਜਦੋਂ ਕੋਈ ਕਣ ਲੈਫਟ ਸਾਈਡ ਵਾਲਾ ਇੱਕ ਬੋਸਨ ਦਾ ਨਿਕਾਸ ਕਰਦਾ ਹੈ, ਸਕੇਲਰ ਬੋਸਨ ਦਾ, ਤਾਂ ਉਸਦਾ ਲੈਫਟ ਵਾਲਾ ਲੈਫਟ ਰਹਿੰਦਾ, ਰਾਈਟ ਵਾਲਾ ਰਾਈਟ ਰਹਿੰਦਾ। ਪਰ ਸਕੇਲਰ ਕਣ ਦੇ ਨਿਕਾਸ ਦੇ ਨਾਲ ਹੈਲੀਸਿਟੀ ਬਦਲ ਜਾਂਦੀ ਹੈ। ਆਓ ਹੁਣ ਰੀਨੋਰਮਲਾਈਜੇਸ਼ਨ ਕਰਨ ਵਾਲੀਆਂ ਪ੍ਰਕਿਰਿਆਵਾਂ ਤੇ ਨਜ਼ਰ ਪਾਉਂਦੇ ਹਾਂ। ਰੀਨੋਰਮਲਾਈਜ਼ ਕੀਤਾ ਗਿਆ ਪੁੰਜ ਸ਼ੁਰੂਆਤੀ ਪੁੰਜ ਉੱਤੇ ਨਿਰਭਰ ਨਹੀਂ ਕਰਦਾ। ਅਸੀਂ ਇਲੈਕਟ੍ਰੋਨ ਦਾ ਮਾਮਲਾ ਲੈਂਦੇ ਹਾਂ ਜੋ ਕਿਸੇ ਫੋਟੋਨ ਦਾ ਨਿਕਾਸ ਕਰ ਸਕਦਾ ਹੈ ਜਾਂ ਫੋਟੋਨ ਨੂੰ ਅਬਜ਼ਰਵ ਕਰ ਸਕਦਾ ਹੈ। ਪਰਿਭਾਸ਼ਾ ਦੇ ਤੌਰ ਤੇ ਪੁੰਜ ਖੱਬੇ ਪਾਸੇ ਦੇ ਸੱਜਾ ਪਾਸਾ ਬਣ ਜਾਣ ਜਾਂ ਸੱਜੇ ਪਾਸੇ ਵਾਲੇ ਇਲੈਕਟ੍ਰੋਨ ਦੇ ਖੱਬੇ ਪਾਸੇ ਵਾਲਾ ਬਣ ਜਾਣ ਤੇ ਦਾ ਐਂਪਲੀਟਿਊਡ ਹੁੰਦਾ ਹੈ। ਜਿਹੜਾ ਪੁੰਜ ਹੁੰਦਾ ਇਹ ਇਲੈਕਟ੍ਰੋਨ ਨੂੰ ਜਦੋਂ ਇਲੈਕਟ੍ਰੋਨ ਖੱਬੇ ਵਾਲਾ ਸੱਜੇ ਪਾਸੇ ਵਾਲਾ ਬਣ ਦਿੰਦਾ ਤੇ ਸੱਜੇ ਵਾਲਾ ਖੱਬੇ ਪਾਸੇ ਵਾਲਾ ਫਲਿਪ ਹੁੰਦਾ, ਉਸਦਾ ਐਂਪਲੀਟਿਊਡ ਹੁੰਦਾ ਮਾਸ। ਮੰਨ ਲਓ ਕੋਈ ਇਲੈਕਟ੍ਰੋਨ ਖੱਬੇ ਪਾਸੇ ਘੁੰਮਦਾ ਹੋਇਆ ਸੱਜੇ ਪਾਸੇ ਘੁੰਮਣ ਲੱਗ ਜਾਂਦਾ, ਜਿਵੇਂ ਇੱਥੇ ਇੱਥੇ ਤਾਂ ਵੈਸੇ ਲੈਫਟ ਵਾਲਾ ਲੈਫਟ ਹੀ ਦਿਖਾਇਆ ਗਿਆ, ਅਤੇ ਸ਼ੁਰੂ ਵਿੱਚ ਉਸਦਾ ਮਾਸ 0 ਹੁੰਦਾ। ਜੇਕਰ ਇਹ ਇੱਕ ਫੋਟੋਨ ਆਬਜ਼ਰਵ ਕਰਦਾ ਹੈ ਤਾਂ ਇਸ ਦੇ ਘੁੰਮਣ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਫੋਟੋਨ ਆਬਜ਼ਰਵ ਕਰਨ ਦੇ ਨਾਲ ਹੀ ਲੈਫਟ ਵਾਲਾ ਲੈਫਟ ਹੀ ਰਹਿੰਦਾ, ਯਾਨੀ ਕਿ ਪੁੰਜ ਰੀਨੋਰਮਲਾਈਜੇਸ਼ਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਹੁਣ ਜੇਕਰ ਇਹ ਹਿਗਸ ਫੀਲਡ ਦੇ ਨਾਲ ਸਕੇਲਰ ਕਣ ਨੂੰ ਖਾਂਦਾ ਹੈ, ਤਾਂ ਕੀ ਹੁੰਦਾ? ਜੇਕਰ ਵਰਟੈਕਸਾਂ ਦੀ ਗਿਣਤੀ ਈਵਨ ਹੋਵੇ, ਜਿਵੇਂ ਇੱਥੇ ਈਵਨ ਹੈ, 2 ਨੇ, 2 ਈਵਨ ਹੁੰਦਾ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹ ਦੁਬਾਰਾ ਆਪਣੀ ਮੂਲ ਦਿਸ਼ਾ ਵਾਲੀ ਹੈਲੀਸਿਟੀ ਵਿੱਚ ਪਰਤ ਆਉਂਦਾ ਹੈ। ਪਹਿਲਾਂ ਲੈਫਟ ਤੋਂ ਸਕੇਲਰ ਕਣ ਨੂੰ ਅਮਿਟ ਕਰਕੇ ਰਾਈਟ ਬਣਦਾ, ਅਤੇ ਇਸ ਤੋਂ ਬਾਅਦ ਇਹ ਫਿਰ ਰਾਈਟ ਨੂੰ ਇੱਥੋਂ ਦੁਬਾਰਾ ਅਬਜ਼ੋਰਬ ਕਰਕੇ ਫਿਰ ਦੁਬਾਰਾ ਤੋਂ ਲੈਫਟ ਬਣ ਜਾਂਦਾ ਹੈ। ਤਾਂ ਲੈਫਟ ਟੂ ਰਾਈਟ, ਰਾਈਟ ਤੋਂ ਬਾਅਦ ਫਿਰ ਲੈਫਟ ਹੋ ਜਾਂਦਾ, ਤਾਂ ਲੈਫਟ ਲੈਫਟ ਹੀ ਰਹਿੰਦਾ। ਤਾਂ ਇਹ ਦੁਬਾਰਾ ਆਪਣੀ ਮੂਲ ਦਿਸ਼ਾ ਵਾਲੀ ਹੈਲੀਸਿਟੀ ਵਿੱਚ ਪਰਤ ਆਉਂਦਾ ਹੈ ਸਕੇਲਰ ਕਣ ਨੂੰ ਖਾ ਕੇ। ਇਸ ਲਈ ਇਲੈਕਟ੍ਰੋਨਾਂ ਦੁਆਰਾ ਸਕੇਲਰ ਕਣਾਂ ਦਾ ਨਿਕਾਸ ਕਰਕੇ ਅਬਜ਼ੋਰਬ ਕਰਨਾ ਵੀ ਪੁੰਜ ਉੱਤੇ ਕੋਈ ਅਸਰ ਨਹੀਂ ਪਾਉਂਦਾ। ਤਾਂ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਦੇ ਵਿੱਚ ਇਲੈਕਟ੍ਰੋਨ ਦੇ ਪੁੰਜ ਦੇ ਵਿੱਚ ਤਬਦੀਲੀ ਕਦੋਂ ਪ੍ਰਾਪਤ ਕੀਤੀ ਜਾ ਸਕਦੀ ਹੈ? ਸਿਰਫ ਜਦੋਂ ਅਸੀਂ ਇਲੈਕਟ੍ਰੋਨ ਨੂੰ ਕਿਸੇ ਪੁੰਜ ਦੇ ਨਾਲ ਸ਼ੁਰੂ ਕਰਾਂਗੇ। ਇਲੈਕਟ੍ਰੋਨ ਦਾ ਪੁੰਜ ਕੀ ਕਰੇਗਾ?
ਪੁੰਜ ਨੂੰ ਫਾਈਨਮੈਨ ਡਾਇਗਰਾਮ ਦੇ ਵਿੱਚ ਇੱਕ ਵਰਟੈਕਸ ਦੇ ਤੌਰ ਤੇ ਸੋਚਿਆ ਜਾ ਸਕਦਾ ਹੈ ਜੋ ਹੈਲੀਸਿਟੀ ਨੂੰ ਬਦਲਦਾ ਹੈ। ਪਰ ਇਨਪੁਟ ਸ਼ੁਰੂਆਤੀ ਪੁੰਜ ਦੇ ਅਨੁਪਾਤ ਵਿੱਚ ਹੁੰਦੀ ਹੈ। ਇਸ ਫਾਈਨਮੈਨ ਡਾਇਗਰਾਮ ਦੇ ਵਿੱਚ ਦੋ ਹਿੱਸੇ ਹੁੰਦੇ ਹਨ। ਇਹ ਇਲੈਕਟ੍ਰੋਨ ਚਾਰਜ ਦੋ ਵਾਰ ਈ ਸਕੇਅਰ ਰੱਖਦਾ ਹੈ। ਕਪਲਿੰਗ ਕਾਂਸਟੈਂਟ ਇਲੈਕਟ੍ਰਿਕ ਚਾਰਜ ਹੁੰਦਾ ਹੈ। ਤਾਂ ਇੱਥੇ ਇੱਕ ਪੁੰਜ ਦੇ ਨਾਲ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਫਿਰ ਇਹ ਦੋ ਵਾਰ ਈ ਸਕੇਅਰ ਰੱਖੇਗਾ ਦਾ ਕਪਲਿੰਗ ਕਾਂਸਟੈਂਟ ਹੈ। ਤੇ ਫੋਟੋਨ ਦਾ ਨਿਕਾਸ ਇਲੈਕਟ੍ਰਿਕ ਚਾਰਜ ਦੇ ਉੱਤੇ ਨਿਰਭਰ ਕਰਦਾ ਹੈ। ਦੂਜਾ ਹਿੱਸਾ ਇਸਦਾ ਸ਼ੁਰੂਆਤੀ ਪੁੰਜ ਐਮ ਨਾਟ ਹੁੰਦਾ ਹੈ। ਈ ਸਕੇਅਰ ਐਮ ਨਾਟ ਇਸਦੇ ਹਿੱਸੇ ਹੁੰਦੇ ਨੇ ਪ੍ਰਕਿਰਿਆ ਦੇ। ਤੇ ਇਸ ਤਰ੍ਹਾਂ ਪੁੰਜ ਵਿਚਲੀ ਸ਼ਿਫਟ ਅਨੁਪਾਤ ਸ਼ੁਰੂਆਤੀ ਪੁੰਜ ਦੇ ਪ੍ਰਪੋਰਸ਼ਨਲ ਹੁੰਦੀ ਹੈ। ਇਲੈਕਟ੍ਰੋਨ ਦਾ ਮਾਸ ਹੈ ਜਿਹੜਾ ਇਸ ਤਰ੍ਹਾਂ ਨਾਲ ਐਮ ਨਾਟ ਪਲੱਸ ਈ ਸਕੇਅਰ ਐਮ ਨਾਟ ਪਲੱਸ ਈ 4 ਐਮ ਨਾਟ, ਕਿਉਂਕਿ ਇੱਥੇ ਦੋ ਵਾਰ ਯੂਜ਼ ਹੁੰਦਾ ਹੈ ਈ ਸਕੇਅਰ। ਇਹ ਇਸ ਤਰੀਕੇ ਨਾਲ ਹੁੰਦਾ ਕਿ ਜੇਕਰ ਸ਼ੁਰੂਆਤੀ ਪੁੰਜ ਐਮ ਨਾਟ ਇਜ਼ ਇਕੁਅਲ ਟੂ 0 ਹੋਵੇ ਤਾਂ ਇਹ 0 ਹੀ ਰਹਿੰਦਾ ਹੈ। ਇੱਥੇ ਜਿਵੇਂ ਦੇਖ ਸਕਦੇ ਹਾਂ ਕਿ ਅਗਰ ਇਹ ਐਮ ਨਾਟ 0 ਹੋਵੇ ਤਾਂ ਇਲੈਕਟ੍ਰੋਨ ਦਾ ਮਾਸ 0 ਹੀ ਰਹੇਗਾ। ਇਸ ਦਾ ਮੰਤਵ ਇਹ ਹੁੰਦਾ ਹੈ ਕਿ ਸ਼ੁਰੂਆਤੀ ਪੁੰਜ ਬਹੁਤ ਘੱਟ ਹੁੰਦਾ ਤੇ ਇਹ ਘੱਟ ਹੀ ਰਹਿੰਦਾ ਹੈ। ਇਸ ਤਰ੍ਹਾਂ ਫਰਮੀਓਨ ਸਕੇਲਰ ਕਣਾਂ ਦੇ ਮੁਕਾਬਲੇ ਵਧੀਆ ਵਰਤਾਓ ਕਰਦੇ ਹਨ। ਗੇਜ਼ ਬੋਸਨਾਂ ਬਾਰੇ ਕੀ ਖਿਆਲ ਹੈ? ਗੇਜ਼ ਬੋਸਨਾਂ ਦੀ ਵੀ ਗੇਜ਼ ਬੋਸਨ ਵੀ ਇਹੀ ਵਿਸ਼ੇਸ਼ਤਾ ਰੱਖਦੇ ਹਨ। ਸਟੈਂਡਰਡ ਮਾਡਲ ਦਾ ਮਾਸ ਪੈਮਾਨਾ ਸਮਝਣ ਦੇ ਲਈ ਨਾਲ ਸੰਬੰਧਿਤ ਫਾਈਨ ਟਿਊਨਿੰਗ ਦੀ ਸਮੱਸਿਆ ਸਿਰਫ ਹਿਗਸ ਬੋਸਨ ਵਾਲੀ ਫਾਈਨ ਟਿਊਨਿੰਗ ਦੀ ਸਮੱਸਿਆ ਹੀ ਹੈ। ਜੇਕਰ ਤੁਸੀਂ ਇਸ ਨੂੰ ਸਹੀ ਕਰ ਲੈਂਦੇ ਹੋ ਤਾਂ ਬਾਕੀ ਸਭ ਵੀ ਸਹੀ ਹੋ ਜਾਂਦੀ ਹੈ, ਕਿਉਂਕਿ ਬਾਕੀ ਪੁੰਜ ਹਿਗਸ ਫੀਲਡ ਦੀ ਸ਼ਿਫਟ ਦੇ ਪ੍ਰਤੀ ਸਿੱਧਾ ਪ੍ਰਭਾਵ ਦਿਖਾਉਂਦੇ ਹਨ। ਇਹ ਉਹ ਪਹੇਲੀ ਹੈ ਜਿਸ ਨੂੰ ਸੁਪਰ ਸਮਿਟਰੀ ਅਤੇ ਹੋਰ ਕਿਸਮ ਦੀਆਂ ਥਿਊਰੀਆਂ ਹੱਲ ਕਰਨ ਦਾ ਮੰਤਵ ਰੱਖਦੀਆਂ ਹਨ। ਸਵਾਲ ਇਹ ਹੈ ਕਿ ਕੋਈ ਅਜਿਹੀ ਕਿਸਮ ਦੇ ਸੰਦਰਭ ਵੀ ਹੈ ਜਿੱਥੇ ਹਿਗਸ ਬੋਸਨ ਪੁੰਜ ਸੋਧ ਨਹੀਂ ਪ੍ਰਾਪਤ ਕਰ ਸਕਦਾ। ਕੀ ਕੋਈ ਅਜਿਹੀ ਕਿਸਮ ਦੀ ਥਿਊਰੀ ਵੀ ਹੈ ਜਿਸ ਦੇ ਵਿੱਚ ਹਿਗਸ ਬੋਸਨ ਖੁਦ ਅਜਿਹਾ ਕਣ ਹੁੰਦਾ ਹੈ ਜਿਸ ਦਾ ਪੁੰਜ ਰੀਨੋਰਮਲਾਈਜੇਸ਼ਨ ਰਾਹੀਂ ਵਿਸ਼ਾਲ ਮੁੱਲਾਂ ਤੱਕ ਨਹੀਂ ਪਹੁੰਚਦਾ? ਜਵਾਬ ਹਾਂ ਹੈ। ਭੌਤਿਕ ਵਿਗਿਆਨ ਵਿੱਚ ਇੱਕ ਹੋਰ ਫਾਈਨ ਟਿਊਨਿੰਗ ਵੀ ਹੈ ਜੋ ਗ੍ਰੈਵਿਟੀ ਬਾਰੇ ਹਰਕਤ ਵਿੱਚ ਆਉਂਦੀ ਹੈ। ਜੇਕਰ ਤੁਸੀਂ ਗ੍ਰੈਵਿਟੀ ਬਾਰੇ ਨਹੀਂ ਸੋਚਦੇ ਤਾਂ ਕੋਈ ਸਮੱਸਿਆ ਨਹੀਂ ਹੁੰਦੀ। ਇਹ ਰੀਨੋਰਮਲਾਈਜੇਸ਼ਨ ਨਾਲ ਜੁੜੀ ਸਮੱਸਿਆ ਹੈ ਜੋ ਵੈਕਿਊਮ એનર્ਜੀ ਦੀ ਰੀਨੋਰਮਲਾਈਜੇਸ਼ਨ ਦੀ ਸਮੱਸਿਆ ਹੈ ਜੋ ਇੱਕ ਗੰਭੀਰ ਸਮੱਸਿਆ ਹੈ ਅਤੇ ਫਾਈਨ ਟਿਊਨਿੰਗ ਦੇ ਲਈ ਗੰਭੀਰ ਜ਼ਰੂਰਤ ਵੀ ਹੈ। ਵੈਕਿਊਮ ਦੀ એનર્ਜੀ ਕੀ ਹੈ ਇਸ ਦੀ ਭੌਤਿਕ ਵਿਗਿਆਨ ਦੇ ਵਿੱਚ ਜ਼ਿਆਦਾਤਰ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਇਹ ਇੱਕ ਜੋੜਨ ਵਾਲਾ ਕਾਂਸਟੈਂਟ ਹੁੰਦੀ ਹੈ। ਇੱਕ ਖਾਲੀ ਸਪੇਸ એનર્ਜੀ ਰੱਖਦੀ ਹੈ ਜਿਸ ਵਿੱਚ ਤੁਸੀਂ ਕਿਸੇ ਕਣ ਦੀ એનર્ਜੀ ਜੋੜਦੇ ਹੋ। ਵੈਕਿਊਮ એનર્ਜੀ ਦੀ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਹੁੰਦੀ। ਇਹ ਭੌਤਿਕ ਵਿਗਿਆਨ ਦੇ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੀ। ਸਿਰਫ એનર્ਜੀਆਂ ਦੇ ਅੰਤਰ ਹੀ ਮਹੱਤਵਪੂਰਨ ਹੁੰਦੇ ਹਨ। ਇਸ ਲਈ ਜਦੋਂ ਇਲੈਕਟ੍ਰੋਨ ਦੇ ਪੁੰਜ ਦੇ ਬਾਰੇ ਸੋਚਿਆ ਜਾਂਦਾ ਹੈ ਤਾਂ ਇਲੈਕਟ੍ਰੋਨ ਦੀ એનર્ਜੀ ਦੇ ਤੌਰ ਤੇ ਨਹੀਂ ਸੋਚਣਾ ਹੁੰਦਾ, ਸਗੋਂ ਵੈਕਿਊਮ ਵਿੱਚ ਜੋੜੀ ਜਾਣ ਵਾਲੀ ਵਾਧੂ એનર્ਜੀ ਦੇ ਬਾਰੇ ਸੋਚਣਾ ਹੁੰਦਾ ਜੋ ਇਲੈਕਟ੍ਰੋਨ ਜੋੜਨ ਦੇ ਨਾਲ ਵੱਧ ਜਾਂਦੀ ਹੈ। ਇਸ ਲਈ ਵੈਕਿਊਮ ਦੀ એનર્ਜੀ ਅਤੇ ਇਲੈਕਟ੍ਰੋਨ ਦੀ એનર્ਜੀ ਦੇ ਫਰਕ ਨੂੰ ਅਸੀਂ ਇਲੈਕਟ੍ਰੋਨ ਦਾ ਪੁੰਜ ਕਹਿ ਸਕਦੇ ਹਾਂ।
ਤਾਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਜਾਂਦੀ ਜੇਕਰ ਵੈਕਿਊਮ ਦੀ એનર્ਜੀ ਇੱਕ ਵਿਸ਼ਾਲ ਮਾਤਰਾ ਤੱਕ ਸ਼ਿਫਟ ਹੋ ਜਾਵੇ, ਕਿਉਂਕਿ ਸਭ ਕੁਝ ਹੀ ਇਸ ਦੇ ਨਾਲ ਸ਼ਿਫਟ ਹੋ ਜਾਂਦਾ ਹੈ। ਆਓ ਸਿਰਫ ਇਹ ਪੁੱਛੀਏ ਕਿ ਵੈਕਿਊਮ એનર્ਜੀ ਦੇ ਨਾਲ ਕੀ ਵਾਪਰਦਾ ਹੈ, ਤੇ ਵੈਕਿਊਮ એનર્ਜੀ ਅਜਿਹੀ ਚੀਜ਼ ਹੁੰਦੀ ਹੈ ਜੋ ਰੀਨੋਰਮਲਾਈਜੇਸ਼ਨ ਵੀ ਜਿਸ ਦੀ ਕੀਤੀ ਜਾ ਸਕਦੀ ਹੈ। ਇਹ ਵੈਕਿਊਮ એનર્ਜੀ ਦਾ ਡਾਇਗਰਾਮ ਬਣਾਇਆ ਗਿਆ ਕਿ ਕੋਈ ਕਣ ਨਾ ਅੰਦਰ ਆਉਂਦਾ ਨਾ ਬਾਹਰ ਆਉਂਦਾ। ਇਹ ਅਜਿਹੇ ਡਾਇਗਰਾਮਾਂ ਰਾਹੀਂ ਰੀਨੋਰਮਲਾਈਜ਼ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਨਾ ਕੋਈ ਕਣ ਅੰਦਰ ਆਉਂਦਾ ਹੈ ਤੇ ਨਾ ਕੋਈ ਕਣ ਬਾਹਰ ਜਾਂਦਾ ਹੈ। ਦੂਜੇ ਸ਼ਬਦਾਂ ਦੇ ਵਿੱਚ ਸਿਰਫ ਵੈਕਿਊਮ ਤੋਂ ਵੈਕਿਊਮ ਤੱਕ ਹੀ ਰਹਿੰਦਾ ਹੈ ਸਾਰਾ ਕੁਝ। ਇੱਥੇ ਇੱਕ ਹੋਰ ਡਾਇਗਰਾਮ ਵੀ ਬਣਾਇਆ ਗਿਆ ਹੈ। ਅਜਿਹੇ ਡਾਇਗਰਾਮ ਦਾ ਪ੍ਰਭਾਵ ਵੈਕਿਊਮ ਦੀ એનર્ਜੀ ਨੂੰ ਰੀਨੋਰਮਲਾਈਜ਼ ਕਰਨਾ ਹੀ ਹੁੰਦਾ ਹੈ। ਵੈਕਿਊਮ એનર્ਜੀ ਦੀ ਕੋਈ ਭੌਤਿਕੀ ਮਹੱਤਤਾ ਨਹੀਂ ਹੁੰਦੀ। ਉਦਾਹਰਨ ਦੇ ਤੌਰ ਤੇ 5-4 ਥਿਊਰੀ, ਇੱਥੇ ਇੱਕ ਥਿਊਰੀ ਦਾ ਨਾਮ ਲਿਖਿਆ ਗਿਆ 5-4। ਇਸ ਦੇ ਵਿੱਚ ਇੱਕ ਡਾਇਗਰਾਮ ਦੇ ਅੰਦਰ ਕੋਈ ਕਣ ਇਨਪੁਟ ਅਤੇ ਆਊਟਪੁੱਟ ਸ਼ਾਮਲ ਨਹੀਂ ਹੁੰਦਾ। ਤੇ ਵਾਰਟੈਕਸ ਦੇ ਉੱਤੇ 4 ਕਣ ਹੁੰਦੇ ਨੇ, ਤੇ ਵਾਰਟੈਕਸ ਦੇ 4 ਕਣ ਵਾਲਾ ਵਾਰਟੈਕਸ ਹੈ, ਲੇਕਿਨ ਕੋਈ ਹੋਰ ਵਾਰਟੈਕਸ ਵੀ ਇਸ ਤਰ੍ਹਾਂ ਨਾਲ ਹੋ ਸਕਦਾ ਹੈ ਕਿ ਉੱਥੋਂ ਉਹੀ ਕਣ ਨਾ ਕੋਈ ਅੰਦਰ ਆਉਂਦਾ ਨਾ ਬਾਹਰ ਆਉਂਦਾ। ਇੱਥੇ ਡਬਲ 2 ਵਾਰ ਫੇਰ ਹੁੰਦਾ ਇਸ ਦੇ ਵਿੱਚ ਲੈਮਡਾ ਹੁੰਦਾ ਤੇ ਪ੍ਰੋਪੇਗੇਟਰ ਉਸੇ ਬਿੰਦੂ ਤੇ ਵਾਪਸ ਆ ਜਾਂਦੇ ਹਨ। ਤਾਂ ਡੈਲਟਾ ਇਨਵਰਸ ਸਕੇਅਰ ਦਾ ਫੈਕਟਰ ਵੀ ਹੁੰਦਾ ਹੈ। ਇਸੇ ਤਰ੍ਹਾਂ ਇੱਕ ਹੋਰ ਪ੍ਰੋਪੇਗੇਟਰ ਵੀ ਹੁੰਦਾ ਹੈ ਜਿਸ ਦੇ ਲਈ ਡੈਲਟਾ ਇਨਵਰਸ ਸਕੇਅਰ ਹੁੰਦਾ ਹੈ। ਹੋਰ ਪ੍ਰੋਪੇਗੇਟਰ ਇੱਥੇ ਜਿਵੇਂ ਹਰੇ ਰੰਗ 'ਚ ਬਣਾਇਆ ਗਿਆ, ਤੇ ਇਹ ਵੀ 2 ਪ੍ਰੋਪੇਗੇਟਰ ਨੇ ਇੱਥੇ, ਯਾਨੀ ਕਿ ਇੱਥੇ ਵੀ ਇਹ ਡੈਲਟਾ -4 ਯੂਜ਼ ਹੋਏਗਾ ਕਿਉਂਕਿ ਇਸ ਨੂੰ ਰੀਨੋਰਮਲਾਈਜ਼ ਕੀਤਾ ਜਾ ਸਕਦਾ ਹੈ। ਤੇ ਇਸ ਦਾ ਅਰਥ ਹੈ ਕਿ ਜੇਕਰ ਤੁਸੀਂ ਇਸ ਨੂੰ 0 ਕਰਨਾ ਚਾਹੁੰਦੇ ਆ ਤਾਂ ਇਸ ਨੂੰ ਬਹੁਤ ਹਾਈ ਪ੍ਰਸੀਜਨ, ਹਾਈ ਸ਼ੁੱਧਤਾ ਤੱਕ ਫਾਈਨ ਟਿਊਨ ਕਰਨ ਦੀ ਲੋੜ ਹੈ। ਅਸੀਂ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ ਜਦ ਤੱਕ ਗ੍ਰੈਵਿਟੀ ਇੰਪੋਰਟੈਂਟ ਨਹੀਂ ਬਣ ਜਾਂਦੀ। ਕਾਰਨ ਇਹ ਹੈ ਕਿ ਮਿਆਰੀ ਥਿਊਰੀ ਦੇ ਅੰਦਰ ਗ੍ਰੈਵੀਟੇਸ਼ਨਲ ਫੀਲਡ ਦਾ ਸੋਮਾ એનર્ਜੀ ਹੁੰਦੀ ਹੈ। ਜੇਕਰ ਵੈਕਿਊਮ ਇੱਕ એનર્ਜੀ ਹੈ ਤਾਂ ਇਸ ਦਾ ਅਰਥ ਹੈ ਕਿ ਖਾਲੀ ਸਪੇਸ ਆਪਣੇ ਆਪ ਦੇ ਵਿੱਚ ਗ੍ਰੈਵਿਟੀ ਰੱਖਦੀ ਹੈ। ਤਾਂ ਇਸ ਤਰ੍ਹਾਂ ਭੌਤਿਕ ਵਿਗਿਆਨ ਦੇ ਵਿੱਚ 2 ਗਿਆਤ ਫਾਈਨ ਟਿਊਨਿੰਗ ਸਮੱਸਿਆਵਾਂ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਵੈਕਿਊਮ એનર્ਜੀ ਦੀ ਫਾਈਨ ਟਿਊਨਿੰਗ ਹੈ ਜਿਸ ਨੂੰ ਲਗਭਗ 123 ਦਸ਼ਮਲਵ ਸਥਾਨਾਂ ਦੇ ਤੱਕ ਫਾਈਨ ਟਿਊਨ ਕਰਨ ਦੀ ਜ਼ਰੂਰਤ ਪੈਂਦੀ ਹੈ, ਤੇ ਦੂਜੀ ਹਿਗਸ ਬੋਸਨ ਵਾਲੀ ਸਮੱਸਿਆ ਹੈ ਜਿਸ ਨੂੰ ਸਿਰਫ 30 ਜਾਂ 35 ਦਸ਼ਮਲਵ ਸਥਾਨਾਂ ਤੱਕ ਇਹ ਫਾਈਨ ਟਿਊਨ ਕਰਨਾ ਹੁੰਦਾ ਹੈ। ਇਹ ਵਰਤਮਾਨ ਸਮੇਂ ਦੀ ਭੌਤਿਕ ਵਿਗਿਆਨ ਦੀਆਂ ਵੱਡੀਆਂ ਸਮੱਸਿਆਵਾਂ ਵਿੱਚੋਂ ਹਨ। ਇਹ ਹੋ ਸਕਦਾ ਹੈ ਕਿ ਉਲਝਣਾਂ ਸਮੱਸਿਆਵਾਂ ਦੇ ਗਲਤ ਕਥਨ ਦੇ ਕਾਰਨ ਹੋਣ, ਕਿਉਂਕਿ ਅਜਿਹਾ ਅਕਸਰ ਹੁੰਦਾ ਹੈ ਕਿ ਕੁਝ ਕਠਿਨ ਉਲਝਣਾਂ ਮੁੱਕ ਜਾਂਦੀਆਂ ਜੇਕਰ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਬਿਆਨ ਕੀਤਾ ਜਾਵੇ। ਪਰ ਬਹੁਤ ਲੰਬੇ ਸਮੇਂ ਤੋਂ ਇਹ ਸਮੱਸਿਆਵਾਂ ਪਛਾਣੀਆਂ ਜਾ ਚੁੱਕੀਆਂ ਹਨ, ਪਰ ਕੋਈ ਵੀ ਅਜੇ ਤੱਕ ਨਹੀਂ ਜਾਣਦਾ ਕਿ ਇਹਨਾਂ ਦਾ ਹੱਲ ਕੀ ਹੈ। ਹਿਗਸ ਬੋਸਨ ਦੀ ਫਾਈਨ ਟਿਊਨਿੰਗ ਦੇ ਲਈ ਸੁਪਰ ਸਿਮੈਟਰੀ ਇੱਕ ਪੋਸੀਬਲ ਸੋਲੂਸ਼ਨ ਹੈ। ਇਹ ਕਸਮੋਲੋਜੀਕਲ ਕਾਂਸਟੈਂਟ ਦੀ ਫਾਈਨ ਟਿਊਨਿੰਗ ਪ੍ਰਤੀ ਕੋਈ ਸੰਭਾਵਿਤ ਹੱਲ ਨਹੀਂ ਹੈ। ਅਗਲੇ ਭਾਗ ਦੇ ਵਿੱਚ ਅਸੀਂ ਸੁਪਰ ਸਿਮੈਟਰੀ ਬਾਰੇ ਗੱਲ ਕਰਾਂਗੇ। ਇਸ ਦੇ ਨਾਲ ਹੀ ਭਾਗ 1 ਸਮਾਪਤ ਹੁੰਦਾ ਤੇ ਆਪਾਂ ਅਗਲੇ ਭਾਗ ਦੇ ਵਿੱਚ ਮਿਲਦੇ ਹਾਂ ਸੁਪਰ ਸਿਮੈਟਰੀ ਭਾਗ 2 ਵਿੱਚ। ਵੀਡੀਓ ਦੇਖਣ ਲਈ ਧੰਨਵਾਦ।